Hello students, I am ਲਖਵਿੰਦਰ ਸਿੰਘ from ਕਾਂਤੀ ਅਕੈਡਮੀ ਮੁਕਤਸਰ ਤੇ ਅੱਜ ਆਪਣੇ ਸਿੰਪਲ ਇੰਟਰਸਟ ਦਾ ਥਰਡ ਪਾਰਟ ਕਰਨ ਜਾ ਰਹੇ ਹਾਂ ਆਪਾਂ। ਇਸ ਤੋਂ ਪਹਿਲਾਂ ਦੋ ਪਾਰਟ ਅਪਲੋਡ ਕਰ ਦਿੱਤੇ ਗਏ ਆ ਜਿਹਦੇ ਵਿੱਚ ਆਪਾਂ ਬੇਸਿਕ ਸਿੰਪਲ ਇੰਟਰਸਟ ਕਰਵਾਇਆ ਸੀ ਵੀ ਕਿਵੇਂ ਪ੍ਰਿੰਸੀਪਲ ਕੱਢੀਦਾ, ਕਿਵੇਂ ਇੰਟਰਸਟ, ਕਿਵੇਂ ਆਪਾਂ ਆਰ ਫਾਈਂਡ ਕਰ ਸਕਦੇ ਹਾਂ, ਕਿਵੇਂ ਆਪਾਂ ਟਾਈਮ ਫਾਈਂਡ ਕਰ ਸਕਦੇ ਹਾਂ, ਜਦੋਂ ਅਮਾਊਂਟ ਦਿੱਤੀ ਹੁੰਦੀ ਹੈ ਤਾਂ ਆਪਾਂ ਪ੍ਰਿੰਸੀਪਲ ਕਿੱਦਾਂ ਫਾਈਂਡ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਅੱਜ ਉਸ ਤੋਂ ਅਗਲੇ ਕੁਐਸਚਨ ਕਰਾਂਗੇ ਆਪਾਂ। ਇਹ ਸਾਰੇ ਦੇ ਸਾਰੇ ਕੁਐਸਚਨ ਆਰ ਐਸ ਅਗਰਵਾਲ ਦੇ ਵਿੱਚੋਂ ਨੇ। ਠੀਕ ਹੈ ਜੀ। ਕਰਦੇ ਹਾਂ ਆਪਾਂ ਫਸਟ ਕੁਐਸਚਨ। At what rate percent per annum will the simple interest on a sum of money be 2 by 5 of the amount in 10 year? ਉਹ ਕਹਿੰਦੇ ਐਟ ਵਟ ਰੇਟ ਪਰਸੈਂਟ ਵੀ ਕਿੰਨੇ ਪਰਸੈਂਟ ਰੇਟ ਲੱਗ ਰਿਹਾ ਪਰ ਐਨਮ ਇੱਕ ਸਾਲ ਦਾ, ਜਿਹਦੇ ਤੇ ਆਪਣਾ ਸਿੰਪਲ ਇੰਟਰਸਟ ਕਿੰਨਾ ਬਣ ਰਿਹਾ 2/5। ਇਹ 2/5 ਦੇਖੋ 2/5 ਦਾ ਕੀ ਮਤਲਬ ਆ ਕਿ ਜੇ ਆਪਾਂ 5 ਰੁਪਏ ਵਿਆਜ ਤੇ ਦਿੱਤੇ ਆ ਤਾਂ 2 ਰੁਪਏ ਕੀ ਬਣ ਰਿਹਾ ਆਪਣਾ ਇੰਟਰਸਟ ਬਣ ਰਿਹਾ। ਕੀ ਗੱਲ ਸਮਝੀ? 2/5 ਦਾ ਕੀ ਮਤਲਬ ਆ ਵੀ ਜੇ ਆਪਾਂ 5 ਰੁਪਏ ਇੰਟਰਸਟ ਤੇ ਦਿੱਤੇ ਆ ਤਾਂ ਕਿੰਨਾ ਹਾਂਜੀ 5 ਰੁਪਏ ਆਪਾਂ ਪ੍ਰਿੰਸੀਪਲ ਆਪਣਾ ਤੇ ਇੰਟਰਸਟ ਕਿੰਨਾ ਬਣ ਰਿਹਾ 2 ਰੁਪਏ ਬਣ ਰਿਹਾ। ਜੇ ਆਪਾਂ ਇਹਨੂੰ ਆਪਾਂ 100 ਨਾਲ ਮਲਟੀਪਲਾਈ ਵੀ ਕਰ ਸਕਦੇ ਹਾਂ, ਇੱਕ ਜ਼ੀਰੋ ਵੀ ਲਾ ਸਕਦੇ ਹਾਂ, ਦੋ ਜ਼ੀਰੋਆਂ ਵੀ ਲਾ ਸਕਦੇ ਹਾਂ। ਜਿਵੇਂ ਮੰਨ ਲਓ ਵੀ ਜੇ ਆਪਣਾ 50 ਰੁਪਏ ਦਿੱਤੇ ਆ ਤਾਂ 20 ਰੁਪਏ ਇੰਟਰਸਟ ਬਣੂਗਾ। ਜੇ ਆਪਾਂ 500 ਰੁਪਇਆ ਦਿੱਤਾ ਆਪਣਾ 200 ਰੁਪਏ ਇੰਟਰਸਟ ਬਣੂਗਾ। ਜੇ ਆਪਾਂ 5000 ਦਿੱਤਾ ਆਪਣਾ 2000 ਇੰਟਰਸਟ ਬਣੂਗਾ। ਲੱਗ ਗਈ ਗੱਲ ਸਮਝੀ? ਉਸ ਤਰੀਕੇ ਨਾਲ ਤੁਸੀਂ ਇਹਨੂੰ 2 ਤੇ 5 ਵੀ ਲਿਖ ਸਕਦੇ ਹੋ। ਲਿਖਦੇ ਹਾਂ ਆਪਾਂ, ਜੇ ਮੰਨ ਲਓ ਪ੍ਰਿੰਸੀਪਲ 5 ਆ, ਇੰਟਰਸਟ ਕਿੰਨਾ ਬਣ ਰਿਹਾ ਜੀ ਆਪਣਾ 2 ਰੁਪਏ। ਇਹਨੂੰ ਇੱਦਾਂ ਹੀ ਲਿਖ ਸਕਦੇ ਹੋ ਤੁਸੀਂ। ਵੈਸੇ 2/5 ਨੂੰ ਤੁਸੀਂ 100 ਨਾਲ ਮਲਟੀਪਲਾਈ ਕਰ ਸਕਦੇ ਹੋ। ਇਹ ਫਰੈਕਸ਼ਨ ਵੈਲਿਊ ਆ। ਕਿਹੜੀ ਵੈਲਿਊ ਹੈ ਜੀ ਇਹ ਫਰੈਕਸ਼ਨ ਵੈਲਿਊ ਆ। ਫਰੈਕਸ਼ਨ ਵੈਲਿਊ ਨੂੰ ਜਦੋਂ ਆਪਾਂ ਪਰਸੈਂਟੇਜ ਵੈਲਿਊ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਉਹਨੂੰ 100 ਨਾਲ ਮਲਟੀਪਲਾਈ ਕਰ ਦਿੱਤਾ ਹੈ। ਕਿਉਂਕਿ ਜਦੋਂ ਆਪਣੇ ਕੋਲੇ ਪਰਸੈਂਟੇਜ ਵੈਲਿਊ ਦਿੱਤੀ ਹੁੰਦੀ ਆ ਉਹਨੂੰ ਆਪਾਂ ਫਰੈਕਸ਼ਨ 'ਚ ਕਨਵਰਟ ਕਰਨਾ ਹੁੰਦਾ ਤਾਂ ਡਿਵਾਈਡ ਬਾਈ 100 ਕਰੀਦਾ। ਜਦੋਂ ਉਲਟ ਜਾਈਦਾ ਫਰੈਕਸ਼ਨ ਤੋਂ ਪਰਸੈਂਟੇਜ ਦੇ ਵਿੱਚ ਤਾਂ ਉਹਦੇ ਨਾਲ ਆਪਾਂ ਮਲਟੀਪਲਾਈ ਕਰ ਦਈਦਾ 100। ਠੀਕ ਹੈ। ਇਹਨੂੰ ਜਦੋਂ ਤੁਸੀਂ ਕੈਂਸਲ ਕਰੋਗੇ ਇੱਥੇ ਕਿੰਨਾ ਬਣ ਜਾਊਗਾ ਜੀ ਆਪਣੇ ਕੋਲੇ 20 20 ਦੂਣਾ 40। ਇਹਦਾ ਕੀ ਮਤਲਬ ਆ ਕਿ ਜੇ ਆਪਣਾ ਪ੍ਰਿੰਸੀਪਲ 100% ਆ ਆਪਣਾ ਇੰਟਰਸਟ ਕਿੰਨਾ 40% ਬਣ ਰਿਹਾ। ਠੀਕ ਹੈ ਜੀ। ਉਸੇ ਤਰੀਕੇ ਨਾਲ ਇੱਥੇ ਜੇ ਆਪਣਾ ਪ੍ਰਿੰਸੀਪਲ 5 ਆ ਤਾਂ ਇੰਟਰਸਟ ਕਿੰਨਾ ਬਣ ਰਿਹਾ 2 ਰੁਪਏ। ਆਨਸਰ ਦੋਹਾਂ ਨਾਲ ਸਹੀ ਆਊਗਾ, ਤੁਸੀਂ ਜਿਹਨੂੰ ਮਰਜ਼ੀ ਮੰਨ ਸਕਦੇ। ਇਹ ਜਿਹੜਾ ਇੰਟਰਸਟ ਬਣਿਆ ਇੱਥੇ 40% ਜਾਂ ਇੱਥੇ 2, ਉਹ ਕਿੰਨੇ ਟਾਈਮ 'ਚ ਬਣਿਆ 10 ਸਾਲ 'ਚ ਬਣਿਆ। ਹੁਣ ਤੁਹਾਨੂੰ ਪਤਾ ਵੀ 10 ਸਾਲਾਂ ਦੇ ਵਿੱਚ 40% ਇੰਟਰਸਟ ਬਣ ਚੁੱਕਿਆ। ਇਹਦਾ ਮਤਲਬ 1 ਸਾਲ 'ਚ ਕਿੰਨਾ ਇੰਟਰਸਟ ਆ ਰਿਹਾ 4%। ਆਪਣਾ ਇੱਥੋਂ ਆਨਸਰ ਆ ਗਿਆ ਕਿਉਂਕਿ ਆਪਾਂ ਨੂੰ ਪਤਾ ਵੀ 10 ਸਾਲਾਂ 'ਚ ਆਪਾਂ ਨੂੰ 40 ਰੁਪਏ ਵਿਆਜ ਮਿਲਿਆ 100 ਉੱਤੇ, ਤਾਂ ਇਹਦਾ ਮਤਲਬ 1 ਸਾਲ 'ਚ ਕਿੰਨਾ ਮਿਲੂਗਾ 4%। ਤੇ ਉਹੀ ਚੀਜ਼ ਆਪਾਂ ਫਾਈਂਡ ਕਰਨੀ। ਦੇਖੋ ਰੇਟ ਪਰਸੈਂਟ ਪਰ ਐਨਮ 1 ਸਾਲ 'ਚ ਕਿੰਨਾ ਵਿਆਜ ਮਿਲਦਾ ਤੇ ਆਪਣਾ ਆਨਸਰ ਕਿੰਨਾ ਆ ਗਿਆ 4। ਜੇ ਆਪਾਂ ਇੱਥੋਂ ਫਾਈਂਡ ਕਰਨਾ ਇਹਦੇ ਤੋਂ ਤਾਂ ਆਪਾਂ ਫਾਰਮੂਲਾ ਲਾ ਸਕਦੇ ਹਾਂ ਆਰ ਦਾ। ਆਰ ਦਾ ਫਾਰਮੂਲਾ ਕੀ ਹੁੰਦਾ SI × 100 ਡਿਵਾਈਡ ਬਾਈ P × T ਟਾਈਮ × ਪ੍ਰਿੰਸੀਪਲ। SI ਕਿੰਨਾ ਜੀ ਆਪਣੇ ਕੋਲ ਦੇਖੋ 2 ਮੰਨਿਆ ਜੀ ਆਪਾਂ ਰੇਸ਼ੋ ਤੋਂ ਚੱਕਿਆ 100 ਮਲਟੀਪਲਾਈ ਚ ਆਜੂਗਾ। ਪ੍ਰਿੰਸੀਪਲ ਕਿੰਨਾ ਲਿਖਿਆ ਜੀ ਆਪਾਂ 5, ਇਹ ਵੀ ਰੇਸ਼ੋ ਤੋਂ ਚੱਕਿਆ। ਤੇ ਟਾਈਮ ਕਿੰਨਾ ਜੀ ਆਪਣੇ ਕੋਲ 10। ਠੀਕ ਹੈ ਜੀ। 0 ਨਾਲ 0 ਕੈਂਸਲ, 5 ਨੂੰ 10 ਤੇ ਕੈਂਸਲ ਕੀਤਾ 2 ਤੇ 2 ਦੂਣੀ 4। ਇੱਥੋਂ ਵੀ ਆਰ ਕਿੰਨੀ ਆਈ ਤੇ ਆਪਣੀ 4% ਆ ਗਈ। ਇਹ ਫਰੈਕਸ਼ਨ ਵਾਲਾ ਤਰੀਕਾ। ਇਹ ਕਿਹੜਾ ਤਰੀਕਾ ਜੀ ਪਰਸੈਂਟੇਜ ਵਾਲਾ। ਪਹਿਲਾਂ ਆਪਾਂ ਫਰੈਕਸ਼ਨ ਨੂੰ ਕਾਹ 'ਚ ਕਨਵਰਟ ਕਰ ਲਿਆ ਪਰਸੈਂਟੇਜ ਦੇ ਵਿੱਚ ਕਨਵਰਟ ਕਰ ਲਿਆ। ਠੀਕ ਹੈ ਜੀ। ਆਨਸਰ ਕਿੰਨਾ ਆ ਗਿਆ ਆਪਣਾ 4। ਓਕੇ। ਅਗਲਾ ਕੁਐਸਚਨ ਦੇਖਦੇ 16 ਨੰਬਰ। A sum of money become 7/6 of itself in 3 years। ਦੇਖੋ ਪਿਛਲੇ ਕੁਐਸਚਨ ਤੇ ਇਹਦੇ 'ਚ ਕੀ ਫਰਕ ਆ। ਇੱਥੇ ਉਹਨਾਂ ਨੇ ਪਿਛਲੇ 'ਚ ਦਿੱਤਾ ਸੀਗਾ ਕਿ ਜਿਹੜਾ ਸਿੰਪਲ ਇੰਟਰਸਟ ਆ ਆਉਣਾ ਸਮ ਆਫ ਮਨੀ ਵੀ 2/5। ਇੱਥੇ ਜਿਹੜੀ ਫਰੈਕਸ਼ਨ ਦਿੱਤੀ ਆ ਨਾ ਉਹ ਆਪਾਂ ਨੂੰ ਦਿੱਤੀ ਹੋਈ ਹੈ ਸਿੰਪਲ ਇੰਟਰਸਟ ਦੀ। ਬਟ ਜਿਹੜੀ ਇਹਦੇ 'ਚ ਆਪਾਂ ਨੂੰ ਫਰੈਕਸ਼ਨ ਦਿੱਤੀ ਉਹ ਸਿੰਪਲ ਇੰਟਰਸਟ ਨਹੀਂ ਦਿੱਤੀ, ਉਹ ਅਮਾਊਂਟ ਦੀ ਤੇ ਪ੍ਰਿੰਸੀਪਲ ਦੀ ਦਿੱਤੀ ਹੋਈ ਆ। ਉਹਨਾਂ ਨੇ ਕੀ ਕਿਹਾ ਆਪਾਂ ਨੂੰ ਧਿਆਨ ਨਾਲ ਦੇਖੋ। ਉਹ ਕਹਿੰਦੇ ਆ ਸਮ ਆਫ ਮਨੀ ਬਿਕਮ ਵੀ ਉਹ 7/6 ਬਣ ਜਾਂਦਾ। ਮਤਲਬ ਕੀ ਹੈ ਇਹਦਾ 7/6 ਦਾ ਵੀ ਜੇ ਆਪਾਂ 6 ਰੁਪਏ ਆਪਾਂ ਪ੍ਰਿੰਸੀਪਲ ਵਿਆਜ ਤੇ ਦਿੱਤੇ ਆ ਤਾਂ ਉਹ ਕਿੰਨਾ ਬਣ ਜਾਂਦਾ 7 ਬਣ ਜਾਂਦਾ। ਮਤਲਬ ਕਿ ਅਮਾਊਂਟ 7 ਹੋ ਜਾਂਦੀ ਆ ਤੇ ਫਿਰ ਵਿਆਜ ਕਿੰਨਾ ਲੱਗੂਗਾ 7 ਵਿੱਚੋਂ 6 ਮਾਈਨਸ ਕਰ ਦਿਓ 1 ਰੁਪਿਆ।
मतलब कि 7/6 ਬਣਨ ਦਾ ਮਤਲਬ ਇਹ ਆ ਵੀ ਆਪਾਂ 6 ਰੁਪਏ ਦੇ ਕੇ ਆਏ ਉਹ 7 ਬਣ ਗਏ। ਮੰਨ ਲਓ ਆਪਾਂ 6 ਰੁਪਏ ਬੈਂਕ 'ਚ ਜਮ੍ਹਾਂ ਕਰਾਤੇ, ਸਾਲ ਬਾਅਦ ਜਾ ਕੇ ਚੈੱਕ ਕੀਤਾ ਜਾਂ 3 ਸਾਲ ਜਿਵੇਂ ਇੱਥੇ ਟਾਈਮ ਦਿੱਤਾ ਹੋਇਆ ਆਪਾਂ ਨੂੰ, 3 ਸਾਲ ਬਾਅਦ ਜਾ ਕੇ ਚੈੱਕ ਕੀਤਾ ਤੁਸੀਂ 7 ਰੁਪਏ ਬਣੇ ਪਏ ਸੀ। ਇਹਦਾ ਮਤਲਬ ਆਪਾਂ ਨੂੰ ਵਿਆਜ ਕਿੰਨਾ ਲੱਗਿਆ 7। ਇਹਨੂੰ ਤੁਸੀਂ ਮੰਨ ਸਕਦੇ ਹੋ ਤੁਸੀਂ ਆਪਦੇ ਸੌਖਾ ਕਰਨ ਲਈ ਕਿ ਜੇ 600 ਰੁਪਏ ਦਿੱਤਾ ਸੀ ਤਾਂ ਵਿਆਜ ਕਿੰਨਾ ਬਣ ਜੂ 700, ਜੇ 6000 ਦਿੱਤਾ ਸੀ ਤਾਂ ਵਿਆਜ ਸੌਰੀ ਅਮਾਊਂਟ ਕਿੰਨੀ ਬਣ ਜੂਗੀ ਆਪਣੀ 7000। ਇੱਥੇ ਵਿਆਜ ਨਿਕਲਿਆ ਹੋਊਗਾ 100 ਰੁਪਇਆ, ਇੱਥੇ ਵਿਆਜ ਕਿੰਨਾ ਨਿਕਲਿਆ ਹੋਊਗਾ 1000 ਰੁਪਇਆ। ਪਰ ਜ਼ਰੂਰੀ ਨਹੀਂ ਹੁੰਦਾ ਜ਼ੀਰੋਆਂ ਲਾਉਣ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ, ਆਪਾਂ ਇੱਦਾਂ ਵੀ ਕਰ ਸਕਦੇ ਹਾਂ ਕਿ 7 ਜੇ ਆਪਾਂ ਪ੍ਰਿੰਸੀਪਲ 6 ਰੁਪਏ ਆ, ਆਪਣਾ ਵਿਆਜ ਕਿੰਨਾ ਬਣਿਆ 1 ਰੁਪਇਆ, ਕਿੰਨੇ ਟਾਈਮ 'ਚ ਬਣ ਗਿਆ ਜੀ 3 ਸਾਲ 'ਚ। ਤੋਂ ਹੀ ਪਿਛਲੇ ਕੁਐਸਚਨ ਵਾਂਗੂ ਆਪਾਂ ਆਰ ਦਾ ਫਾਰਮੂਲਾ ਲਾ ਸਕਦੇ ਹਾਂ, SI ਇੰਟੂ 100 ਡਿਵਾਈਡ ਬਾਈ T ਇੰਟੂ ਦੇਖੋ ਇਹਨਾਂ ਨੇ ਕੀ ਪੁੱਛਿਆ ਆਪਾਂ ਨੂੰ ਰੇਟ ਆਫ ਇੰਟਰਸਟ ਪੁੱਛਿਆ। 7/6 ਬਣ ਜਾਂਦਾ 3 ਸਾਲ ਦੇ। ਜੇ ਤੁਸੀਂ ਇਹ ਤਿੰਨੇ ਚੀਜ਼ਾਂ ਕੱਢ ਲਈਆਂ P SI ਤੇ ਟਾਈਮ, ਤਾਂ ਆਪਾਂ ਆਰ ਦੀ ਵੈਲਿਊ ਫਾਈਂਡ ਕਰ ਸਕਦੇ ਹਾਂ ਕਿਉਂਕਿ ਫਾਰਮੂਲੇ ਵਿੱਚ ਆਪਾਂ ਨੂੰ SI ਪ੍ਰਿੰਸੀਪਲ ਤੇ ਟਾਈਮ ਹੀ ਚਾਹੀਦਾ। ਠੀਕ ਹੈ ਜੀ। SI ਕਿੰਨਾ ਕੱਢਿਆ ਜੀ ਆਪਾਂ 1 ਰੁਪਇਆ। ਜੇ ਮੰਨ ਲਓ ਤੁਸੀਂ ਇਹਨੂੰ 600 ਤੇ 100 ਮੰਨੋਗੇ ਤਾਂ ਜ਼ੀਰੋ ਨਾਲ ਜ਼ੀਰੋ ਕੈਂਸਲ ਹੋ ਜਾਣਾ ਇੰਟੂ 100 ਪ੍ਰਿੰਸੀਪਲ ਕਿੰਨਾ ਜੀ 6 ਜੋ ਆਪਾਂ ਫਰੈਕਸ਼ਨ ਤੋਂ ਲਿਆ ਹੋਇਆ ਤੇ ਟਾਈਮ ਕਿੰਨਾ ਆਪਣਾ 3। ਇਹਨੂੰ ਕੈਂਸਲ ਕਰ ਲਓ ਜੀ 2 ਦੇ ਟੇਬਲ ਤੇ 3, ਇਹਨੂੰ 2 ਦੇ ਟੇਬਲ ਤੇ ਕੈਂਸਲ ਕੀਤਾ ਕਿੰਨਾ ਆ ਗਿਆ 50, 50 ਬਟਾ ਕਿੰਨਾ ਆ ਗਿਆ 50/9 ਨੂੰ ਜਦੋਂ ਆਪਾਂ ਕੈਂਸਲ ਕਰਾਂਗੇ 9 5 45 5 ਬਚ ਗਏ, ਆਪਣਾ ਆਨਸਰ ਕਿੰਨਾ ਆ ਜਾਊਗਾ 5 ਸਹੀ 5/9 5 ਸਹੀ 5/9। ਇਹਨੂੰ ਮੈਂ ਲਿਖਿਆ ਕਿਵੇਂ ਆ 50/9 ਨੂੰ, ਇਹ ਮੈਂ ਲਾਸਟ ਵੀਡੀਓ ਵਿੱਚ ਕਰਵਾਇਆ ਸੀ। ਇਹਨੂੰ ਬੋਲਦੇ ਆ ਜੀ ਆਪਾਂ ਇੰਪਰੋਪਰ ਫਰੈਕਸ਼ਨ। 3 ਤਰ੍ਹਾਂ ਦੀ ਫਰੈਕਸ਼ਨ ਹੁੰਦੀ ਹੈ ਜੀ, ਬਟਿਆਂ ਵਾਲੀ ਵੈਲਿਊਜ਼ ਨੂੰ ਫਰੈਕਸ਼ਨ ਬੋਲਦੇ। ਉੱਪਰਲਾ ਹੁੰਦਾ ਨਿਊਮੀਨੇਟਰ, ਨੀਚੇ ਵਾਲਾ ਹੁੰਦਾ ਡਿਨੋਮੀਨੇਟਰ। ਜਿਹਦਾ ਨਿਊਮੀਨੇਟਰ ਹੋਵੇ ਛੋਟਾ, ਮੰਨ ਲਓ ਜਿਵੇਂ 1/2 ਆ, ਇਹ ਹੁੰਦੀ ਹੈ ਪ੍ਰੋਪਰ ਫਰੈਕਸ਼ਨ। ਜਿਹਦਾ ਨਿਊਮੀਨੇਟਰ ਵੱਡਾ ਹੋਵੇ ਡਿਨੋਮੀਨੇਟਰ ਨਾਲੋਂ, ਇਹਨੂੰ ਬੋਲਦੇ ਇੰਪਰੋਪਰ ਫਰੈਕਸ਼ਨ। ਜਿਹੜੀ ਇਸ ਤਰੀਕੇ ਨਾਲ ਸਹੀਆਂ 'ਚ ਲਿਖੀ ਜਾਂਦੀ ਹੈ ਜਿਵੇਂ 1 ਸਹੀ 1/2, ਇਹ ਹੁੰਦੀ ਹੈ ਮਿਕਸ ਫਰੈਕਸ਼ਨ। ਆਨਸਰ ਕਦੇ ਵੀ ਇੰਪਰੋਪਰ ਫਰੈਕਸ਼ਨ 'ਚ ਨਹੀਂ ਦੇਣਾ ਚਾਹੀਦਾ, ਨਿਊਮੀਨੇਟਰ ਵੱਡਾ ਨਹੀਂ ਚੱਕਣਾ। ਇਹਨੂੰ ਮਿਕਸ ਫਰੈਕਸ਼ਨ ਦੇ ਵਿੱਚ ਕਨਵਰਟ ਕੀਤਾ ਜਾਂਦਾ, ਉਹਦੇ ਨਾਲ ਇਹਦਾ ਜਿਹੜਾ ਨਿਊਮੀਨੇਟਰ ਉਹ ਛੋਟਾ ਜਾਂਦਾ। ਦੇਖੋ ਇੱਥੇ ਨਿਊਮੀਨੇਟਰ 50 ਸੀ, ਜਦੋਂ ਇਹਨੂੰ ਆਪਾਂ ਮਿਕਸ ਫਰੈਕਸ਼ਨ 'ਚ ਕਨਵਰਟ ਕੀਤਾ ਤੇ ਨਿਊਮੀਨੇਟਰ 5 ਰਹਿ ਗਿਆ ਤੇ ਡਿਨੋਮੀਨੇਟਰ ਕਿੰਨਾ ਹੋ ਗਿਆ 9 ਹੋ ਗਿਆ। ਕਨਵਰਟ ਕਰਨ ਦਾ ਤਰੀਕਾ ਕੀ ਹੈ ਮੈਂ ਦੁਬਾਰਾ ਫਿਰ ਦੱਸ ਦਿੰਦਾ। 50 ਨੂੰ 9 ਤੇ ਆਪਾਂ ਡਿਵਾਈਡ ਕੀਤਾ, 9 5 45, ਕਿੰਨੇ ਬਾਕੀ ਬਚ ਗਏ ਜੀ 5 ਤੇ ਗਿਆ ਵੀ ਕਿੰਨੇ ਤੇ 5 ਤੇ। ਮੈਂ ਦੱਸਿਆ ਸੀ ਵੀ ਇਹਨੂੰ ਪੂਰੇ ਨੂੰ ਆਪਾਂ ਇੱਕ ਡਿਵੀਜ਼ਨ ਸਮ ਬੋਲਦੇ ਹਾਂ। ਨੰਬਰ ਸਿਸਟਮ ਦੇ ਵਿੱਚ ਕੁਐਸਚਨ ਹੁੰਦਾ ਇੰਨਾ ਡਿਵੀਜ਼ਨ ਸਮ, ਕੁਓਸ਼ੀਐਂਟ ਇੰਨਾ ਦਿੱਤਾ ਹੋਇਆ, ਰਿਮਾਈਂਡਰ ਇੰਨਾ ਦਿੱਤਾ ਹੋਇਆ, ਡਿਵੀਡੈਂਟ ਇੰਨਾ, ਆਹ ਫਾਈਂਡ ਕਰੋ ਜਾਂ ਆਪਾਂ ਨੂੰ ਕੁਝ ਵੀ ਕਹਿ ਸਕਦੇ ਹੋ। ਇਹਨੂੰ ਬੋਲਦੇ ਆ ਡਿਵਾਈਜ਼ਰ, ਇਹਨੂੰ ਬੋਲਦੇ ਆ ਡਿਵੀਡੈਂਟ, ਇਹਨੂੰ ਬੋਲਦੇ ਆ ਕੁਓਸ਼ੀਐਂਟ ਤੇ ਇਹਨੂੰ ਬੋਲਦੇ ਆ ਰਿਮਾਈਂਡਰ ਜੋ ਬਾਕੀ ਬਚਦਾ। ਤੇ ਮਿਕਸ ਫਰੈਕਸ਼ਨ ਕਿਵੇਂ ਲਿਖੀ ਜਾਂਦੀ ਹੈ ਕੁਓਸ਼ੀਐਂਟ ਉੱਪਰ ਰਿਮਾਈਂਡਰ ਡਿਵਾਈਡ 'ਚ ਕੀ ਆ ਜਾਂਦਾ ਡਿਵਾਈਜ਼। ਠੀਕ ਹੈ ਜੀ। ਕੁਓਸ਼ੀਐਂਟ ਕਿੰਨਾ ਆਇਆ ਜੀ ਆਪਣਾ 5, ਰਿਮਾਈਂਡਰ ਕਿੰਨਾ ਆਇਆ ਜੀ 5 ਉੱਪਰ ਆ ਗਿਆ ਤੇ ਡਿਵਾਈਜ਼ਰ ਕਿੰਨਾ ਸੀ ਆਪਣਾ, ਡਿਵੀਡੈਂਟ ਨਹੀਂ ਲਿਖਿਆ ਤੇ ਆਪਣਾ ਆਨਸਰ ਕਿੰਨਾ ਆ ਗਿਆ 5 ਸਹੀ 5/9। ਇਹ ਗੱਲ ਯਾਦ ਰੱਖੋ ਜੀ, ਆਹ ਪ੍ਰੋਪਰ ਫਰੈਕਸ਼ਨ ਹੁੰਦੀ ਹੈ, ਇਹ ਇੰਪਰੋਪਰ ਹੁੰਦੀ ਹੈ ਤੇ ਆਹ ਕਿਹੜੀ ਹੁੰਦੀ ਹੈ ਮਿਕਸ ਫਰੈਕਸ਼ਨ। ਠੀਕ ਹੈ। ਇੰਪਰੋਪਰ 'ਚ ਆਪਾਂ ਆਨਸਰ ਨਹੀਂ ਦੇਣਾ, ਜੇ ਤੁਹਾਡਾ ਆਨਸਰ ਪ੍ਰੋਪਰ 'ਚ ਆ ਗਿਆ ਤਾਂ ਉਹਨੂੰ ਤੁਸੀਂ ਮਿਕਸ 'ਚ ਕਨਵਰਟ ਕਰ ਹੀ ਨਹੀਂ ਸਕਦੇ ਕਿਉਂਕਿ ਉੱਪਰਲੀ ਵੈਲਿਊ ਛੋਟੀ ਹੈ, ਡਿਵਾਈਡ ਹੋਣੀ ਹੈ। ਅਗਲਾ ਕੁਐਸਚਨ ਦੇਖਦੇ ਹਾਂ। ਸਿੰਪਲ ਇੰਟਰਸਟ ਔਨ ਅ ਸਰਟੇਨ ਸਮ ਐਟ ਅ ਸਰਟੇਨ ਐਨੂਅਲ ਰੇਟ ਆਫ ਇੰਟਰਸਟ। ਹੁਣ ਵੀਡੀਓ ਦੇਖ ਲਈ ਚੱਲ ਰਹੀ ਹੈ। ਸਿੰਪਲ ਇੰਟਰਸਟ, ਉਹ ਕਹਿੰਦੇ ਇੱਕ ਸਿੰਪਲ ਇੰਟਰਸਟ ਦਿੱਤਾ ਹੈ ਜੀ ਆਪਾਂ ਨੂੰ ਔਨ ਅ ਸਰਟੇਨ ਸਮ, ਮਤਲਬ ਕੋਈ ਨਾ ਕੋਈ ਪ੍ਰਿੰਸੀਪਲ ਹੈਗਾ। ਸਰਟੇਨ ਐਨੂਅਲ ਰੇਟ ਆਫ ਇੰਟਰਸਟ, ਕੋਈ ਨਾ ਕੋਈ ਰੇਟ ਆਫ ਇੰਟਰਸਟ ਵੀ ਦਿੱਤੀ ਹੋਈ ਹੈ ਜੀ। ਠੀਕ ਆ। ਕਿੰਨਾ ਬਣਦਾ ਜੀ 1/9 ਆਫ ਸਮ। ਇੱਥੇ ਸਿੰਪਲ ਇੰਟਰਸਟ ਦੀ ਗੱਲ ਹੋ ਰਹੀ ਹੈ, ਇੱਥੇ ਬਿਕਮ ਨਹੀਂ ਦਿੱਤਾ ਹੈ ਵੀ ਇੰਨੇ ਬਣ ਜਾਂਦੇ ਆ। ਇੱਥੋਂ ਕਹਿ ਰਹੇ ਆ ਵੀ ਜੇ ਆਪਣਾ 9 ਰੁਪਏ ਪ੍ਰਿੰਸੀਪਲ ਆ ਤਾਂ ਵਿਆਜ ਕਿੰਨਾ ਬਣ ਜਾਂਦਾ ਆਪਣਾ, SI ਕਿੰਨਾ ਬਣ ਜਾਂਦਾ 1 ਰੁਪਏ। ਇਹ ਵੀ ਤੁਸੀਂ ਉਦਾਂ ਹੀ ਲਿਖ ਸਕਦੇ ਹੋ, ਜੇ ਪ੍ਰਿੰਸੀਪਲ 9 ਰੁਪਏ ਆ ਆਪਣਾ SI ਕਿੰਨਾ 1 ਰੁਪਏ ਬਣਦਾ। ਅੱਗੇ ਦੇਖਦੇ ਹਾਂ। ਇਫ ਦਾ ਨੰਬਰ ਰਿਪਰੈਜ਼ੈਂਟਿੰਗ ਰੇਟ ਪਰਸੈਂਟ ਐਂਡ ਟਾਈਮ ਇਨ ਈਅਰ ਵੀ ਇਕੁਅਲ। ਉਹ ਕਹਿੰਦੇ ਜਿਹੜਾ ਨੂਮੈਰੀਕਲੀ ਨਾ ਆਪਣਾ ਰੇਟ ਆਫ ਇੰਟਰਸਟ ਤੇ ਟਾਈਮ ਦੋਨੇ ਇਕੁਅਲ ਨੇ। ਮਤਲਬ ਕਿ ਦੇਖੋ ਜੇ ਮੰਨ ਲਓ ਆਪਣੇ ਕੋਲੇ 5% ਰੇਟ ਆ ਨਾ ਤਾਂ ਟਾਈਮ ਕਿੰਨਾ ਹੋਊਗਾ 5 ਸਾਲ ਹੋਊਗਾ। 5 ਮੰਥ ਨਹੀਂ ਲੈ ਸਕਦੇ ਆਪਾਂ। ਠੀਕ ਆ ਕਿ ਈਅਰ ਹੀ ਲਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਵੀ ਟਾਈਮ ਇਨ ਈਅਰ। ਠੀਕ ਆ। ਤੇ ਰੇਟ ਕਾਹਦੇ 'ਚ ਹੋਊਗੀ ਪਰਸੈਂਟ ਦੇ ਵਿੱਚ। ਜੇ ਆਪਣੇ ਕੋਲੇ ਰੇਟ ਆਫ ਇੰਟਰਸਟ 10% ਇਸ ਕੁਐਸਚਨ ਦੇ ਵਿੱਚ ਤਾਂ ਟਾਈਮ ਕਿੰਨਾ ਹੋਊਗਾ 10 ਸਾਲ ਹੋਊਗਾ। ਲੱਗੀ ਗੱਲ ਸਮਝ। ਇਹ ਚੀਜ਼ ਦਿੱਤੀ ਹੋਈ ਹੈ, ਮਤਲਬ ਕੀ ਆ ਵੀ ਆਰ ਤੇ ਟਾਈਮ ਕੀ ਆ ਦੋਵੇਂ
ਇਕੁਅਲ ਆ ਤੇ ਫਾਈਂਡ ਕੀ ਕਰਨਾ ਜੀ ਆਪਾਂ ਰੇਟ ਫਾਈਂਡ ਕਰਨਾ। ਚਲੋ ਰੇਟ ਵਾਲਾ ਆਪਾਂ ਫਾਰਮੂਲਾ ਲਾਓ। ਰੇਟ ਦਾ ਕੀ ਫਾਰਮੂਲਾ ਹੁੰਦਾ ਜੀ ਆਪਣੇ ਕੋਲੇ SI ਇੰਟੂ 100 ਡਿਵਾਈਡ ਬਾਈ P ਇੰਟੂ SI ਕਿੰਨਾ ਕੱਢਿਆ ਜੀ ਆਪਾਂ 1 ਕਿਉਂਕਿ 1/9 ਦਿੱਤਾ ਹੋਇਆ ਸੀ ਇੰਟੂ 100। ਹੁਣ ਦੇਖੋ ਜੀ ਆਪਣੇ ਕੋਲ ਪ੍ਰਿੰਸੀਪਲ ਕਿੰਨਾ ਜੀ 9 ਤੇ ਟਾਈਮ ਆਪਾਂ ਨੂੰ ਦਿੱਤਾ ਨਹੀਂ ਹੋਇਆ ਬਟ ਉਹ ਕਹਿ ਰਿਹਾ ਵੀ ਜਿਹੜਾ ਟਾਈਮ ਉਹ ਆਰ ਦੀ ਇਕੁਅਲ ਆ ਕੀ ਇਸ ਟਾਈਮ ਨੂੰ ਮੈਂ ਆਰ ਲਿਖ ਸਕਦਾ ਟੀ ਦੀ ਜਗ੍ਹਾ ਤੇ ਆਪਾਂ ਆਰ ਲਿਖ ਸਕਦੇ ਹਾਂ ਕਿਉਂਕਿ ਆਪਾਂ ਨੂੰ ਕੀ ਦਿੱਤਾ ਹੋਇਆ ਰੇਟ ਤੇ ਟਾਈਮ ਦੋਨੇ ਕੀ ਨੇ ਇਕੁਅਲ। ਹੁਣ ਦੇਖੋ ਜਿਹੜਾ ਇਹ ਫਾਰਮੂਲਾ ਇਹ ਕਿਹਦੇ ਇਕੁਅਲ ਆ ਆਰ ਦੇ ਇਕੁਅਲ ਆ ਜੋ ਆਰ ਡਿਵਾਈਡ ਚ ਪਿਆ ਉਹ ਦੂਸਰੀ ਸਾਈਡ ਜਾ ਕੇ ਕੀ ਹੋ ਜਾਊਗਾ ਮਲਟੀਪਲਾਈ ਹੋ ਜਾਊਗਾ ਉੱਪਰ ਕੀ ਆ ਜਾਊਗਾ 100/9 ਇੱਧਰ ਕੀ ਹੋ ਗਿਆ ਆਰ ਦਾ। ਹੁਣ ਇੱਕ ਗੱਲ ਯਾਦ ਰੱਖਣੀ ਆ ਜਦੋਂ ਕਿਸੇ ਉੱਪਰ ਸਕੇਅਰ ਹੋਵੇ ਸਕੇਅਰ ਦੂਸਰੀ ਸਾਈਡ ਜਾ ਕੇ ਸਕੇਅਰ ਰੂਟ ਬਣ ਜਾਂਦਾ ਇੱਕ ਸਕੇਅਰ ਰੂਟ ਹੁੰਦਾ ਇੱਕ ਕਿਊਬ ਰੂਟ ਹੁੰਦਾ ਜਿਹਦੇ ਇੱਥੇ 3 ਪਾਇਆ ਹੋਵੇ ਉਹ ਕਿਊਬ ਰੂਟ ਹੁੰਦਾ ਜੋ ਬਿਨਾ ਕੁਝ ਵੀ ਨਾ ਹੋਵੇ ਨਾ 1 ਹੋਵੇ ਨਾ 2 ਹੋਵੇ ਨਾ 3 ਹੋਵੇ ਇਹਨੂੰ ਬੋਲਦੇ ਆਪਾਂ ਸਕੇਅਰ ਰੂਟ ਠੀਕ ਹੈ ਜੀ। ਸਕੇਅਰ ਰੂਟ 100 ਦਾ ਸਕੇਅਰ ਰੂਟ ਕਿੰਨਾ ਹੁੰਦਾ ਜੀ 10 ਤੇ 9 ਦਾ ਸਕੇਅਰ ਰੂਟ ਕਿੰਨਾ ਹੁੰਦਾ 3 ਇਹਦਾ ਮਤਲਬ ਆਪਣੇ ਕੋਲੇ ਆਰ ਦੀ ਵੈਲਿਊ ਕਿੰਨੀ ਆ ਗਈ 10/3। ਮੈਂ ਤੁਹਾਨੂੰ ਦੱਸਿਆ ਵੀ ਫਰੈਕਸ਼ਨ ਵਾਲੀ ਵੈਲਿਊ ਇਹ ਆਪਣੇ ਕੋਲੇ ਇੰਪਰੋਪਰ ਫਰੈਕਸ਼ਨ ਆ ਜੀ ਇਹਨੂੰ ਆਪਾਂ ਮਿਕਸ ਫਰੈਕਸ਼ਨ ਦੇ ਵਿੱਚ ਕਿਵੇਂ ਕਨਵਰਟ ਕਰਨਾ ਜਿਹੜਾ 3 ਆ ਜੀ ਉਹਨੂੰ 10 ਤੇ ਡਿਵਾਈਡ ਕਰਾਂਗੇ ਆਪਾਂ 3 ਤੇ ਜਾਊਗਾ 30 ਹੈ 9 1 ਬਚੂਗਾ ਰਿਮਾਈਂਡਰ ਤੇ ਆਪਣਾ ਆਨਸਰ ਕਿੰਨਾ ਆ ਗਿਆ 3 ਸਹੀ 1/3%। ਆਪਣੀ ਆਰ ਕਿੰਨੀ ਆ ਗਈ 3 ਸਹੀ 1/3%। ਇਹ ਕੁਐਸਚਨ ਇੰਪੋਰਟੈਂਟ ਆ ਖਿਆਲ ਰੱਖਣਾ ਵੀ ਉਹ ਕਹਿ ਰਹੇ ਸੀ ਵੀ ਟਾਈਮ ਤੇ ਆਰ ਦੋਨੇ ਇਕੁਅਲ ਨੇ ਆਪਾਂ ਆਰ ਦੀ ਵੈਲਿਊ ਫਾਈਂਡ ਕਰਨੀ ਸੀ ਇਸ ਲਈ ਆਪਾਂ ਟਾਈਮ ਦੀ ਜਗ੍ਹਾ ਤੇ ਵੀ ਕੀ ਲਿਖ ਲਿਆ ਆਰ ਲਿਖ ਲਿਆ ਤੇ ਆਰ ਸਕੇਅਰ ਬਣ ਗਿਆ ਸਕੇਅਰ ਦੂਸਰੀ ਸਾਈਡ ਜਾ ਕੇ ਕੀ ਬਣ ਜਾਂਦਾ ਰੂਟ ਬਣ ਜਾਂਦਾ ਰੂਟ ਦੂਸਰੀ ਸਾਈਡ ਜਾ ਕੇ ਸਕੇਅਰ ਬਣ ਜਾਂਦਾ। ਇਸ ਗੱਲ ਦਾ ਵੀ ਖਿਆਲ ਰੱਖਣਾ ਮੰਨ ਲਓ ਜਿਵੇਂ ਜੇ ਤੁਹਾਡੇ ਕੋਲ ਇਦਾਂ ਦਿੱਤਾ ਹੁੰਦਾ ਛੋਟਾ ਜਿਹਾ ਕੁਐਸਚਨ ਦੇਖਦੇ ਹਾਂ ਆਪਾਂ ਰੂਟ x = 4 ਇਹਦਾ ਦਿੱਤਾ ਹੈ ਆਪਾਂ ਵੈਲਿਊ ਫਾਈਂਡ ਕਰਨੀ ਹੈ ਇਕੱਲੇ x ਦੀ ਜਿਹੜਾ ਇਹਦੇ ਉੱਪਰ ਰੂਟ ਆ ਨਾ ਇਹ ਦੂਸਰੀ ਸਾਈਡ ਚਲਾ ਜਾਊਗਾ ਤੇ ਜਾ ਕੇ ਕੀ ਬਣ ਜਾਊਗਾ 4 ਦਾ ਸਕੇਅਰ ਤੇ x ਦੀ ਵੈਲਿਊ ਕਿੰਨੀ ਆ ਜਾਊਗੀ ਆਪਣੇ ਕੋਲ 16। ਠੀਕ ਹੈ ਜੀ ਅਗਲਾ ਕੁਐਸਚਨ ਦੇਖਦੇ ਹਾਂ। A ਲੈਂਡ ਰੁਪੀਜ਼ 2500 ਟੂ B A ਨੇ ਜੀ 2500 ਰੁਪਇਆ ਦਿੱਤਾ B ਐਂਡ ਅ ਸਰਟੇਨ ਸਮ ਟੂ C ਤੇ ਕੁਝ ਕੁ ਪੈਸੇ ਦਿੱਤੇ ਜੀ ਉਹਨੇ C ਨੂੰ ਇਹਦਾ ਆਪਾਂ ਨੂੰ ਨਹੀਂ ਪਤਾ ਠੀਕ ਹੈ ਜੀ। ਸੇਮ ਟਾਈਮ 7% ਦੋਨੇ ਪਾਸੇ ਆਰ 7% ਹੈ ਜੀ। If after 4 years A altogether receive rupees 1120 as interest from B and C ਉਹ ਕਹਿੰਦੇ ਜੀ 4 ਸਾਲਾਂ ਬਾਅਦ B ਨੂੰ ਵੀ 4 ਸਾਲ ਲਈ ਪੈਸੇ ਦਿੱਤੇ C ਨੂੰ ਵੀ 4 ਸਾਲ ਲਈ ਪੈਸੇ ਦਿੱਤੇ B ਤੇ C ਦੋਹਾਂ ਨੇ ਇੰਟਰਸਟ ਮੋੜਿਆ 4 ਸਾਲਾਂ ਬਾਅਦ ਕੀ ਵਾਪਸ ਕੀਤਾ ਇਕੱਲਾ ਇੰਟਰਸਟ ਵਾਪਸ ਕਰਤਾ ਸੋ ਇੰਟਰਸਟ ਕਿੰਨਾ ਵਾਪਸ ਕੀਤਾ ਇਹਨਾਂ ਨੇ 1120 ਰੁਪਏ ਇੰਟਰਸਟ ਵਾਪਸ ਕੀਤਾ ਟੋਟਲ ਇੰਟਰਸਟ ਜੋ B ਦਾ ਵੀ ਹੈ ਤੇ C ਦਾ ਆਪਾਂ ਕੀ ਫਾਈਂਡ ਕਰਨਾ ਵੀ A ਨੇ C ਨੂੰ ਕਿੰਨੇ ਰੁਪਏ ਦਿੱਤੇ ਠੀਕ ਹੈ ਜੀ ਸੌਖਾ ਹੀ ਹੈ ਕੁਐਸਚਨ ਕੋਈ ਔਖਾ ਨਹੀਂ ਕਰਨਾ। ਜੇ ਆਪਾਂ ਨੂੰ B ਦਾ ਇੰਟਰਸਟ ਪਤਾ ਲੱਗ ਵੀ B ਕੋਲੋਂ ਕਿੰਨਾ ਵਿਆਜ ਆਇਆ ਤੇ ਉਹਨੂੰ ਆਪਾਂ ਇਹਦੇ ਚ ਟੋਟਲ ਚੋਂ ਮਾਈਨਸ ਕਰ ਦਾਂਗੇ ਤਾਂ ਆਪਾਂ ਨੂੰ ਪਤਾ ਲੱਗ ਜੂ ਵੀ C ਨੇ ਵਿਆਜ ਕਿੰਨਾ ਦਿੱਤਾ। ਜਦੋਂ ਆਪਾਂ ਨੂੰ R ਵੀ ਪਤਾ ਲੱਗ ਗਈ ਟਾਈਮ ਵੀ ਪਤਾ ਆਪਾਂ ਨੂੰ ਤੇ SI ਵੀ ਪਤਾ ਲੱਗ ਗਿਆ ਤੇ ਫਿਰ ਆਪਾਂ ਉਹਦਾ ਪ੍ਰਿੰਸੀਪਲ ਵੀ ਕੱਢ ਲਾਂਗੇ ਵੀ C ਨੂੰ ਉਹਨੇ ਕਿੰਨੇ ਰੁਪਏ ਦਿੱਤੇ ਸੀ ਠੀਕ ਹੈ ਜੀ। ਪਹਿਲਾਂ ਇਹਦੇ ਤੋਂ ਆਪਾਂ ਕੀ ਕੱਢਣਾ ਇੰਟਰਸਟ ਕੱਢਣਾ ਤੇ ਇੰਟਰਸਟ ਦਾ ਕੀ ਫਾਰਮੂਲਾ ਹੁੰਦਾ ਜੀ ਸੌਰੀ ਇਹ ਟਾਈਮ ਸੀ ਇੰਟਰਸਟ ਦਾ ਫਾਰਮੂਲਾ ਹੁੰਦਾ P × R × T ਡਿਵਾਈਡ ਬਾਏ ਮੂਲਧਨ ਗੁਣਾ ਦਰ ਗੁਣਾ ਸਮਾਂ ਬਟਾ 100 ਮੂਲਧਨ ਕਿੰਨਾ ਜੀ ਆਪਣਾ 2500 R ਕਿੰਨੀ ਆ 7 ਟਾਈਮ ਕਿੰਨਾ 4 ਸਾਲ ਡਿਵਾਈਡ ਬਾਏ 0 ਨਾਲ 0 ਕੈਂਸਲ 7 ਚੌਂਕਾ 28 28 ਨੂੰ 25 ਨਾਲ ਗੁਣਾ ਕਰਨੀ ਆ 28 ਨੂੰ 4 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ ਜੀ 700 28 ਗੁਣਾ 25 ਕਿੰਨਾ ਹੁੰਦਾ ਜੀ 700 ਠੀਕ ਹੈ। ਇਹ ਮਾਈਨਸ ਤੁਸੀਂ ਕਰ ਲਓ ਮੈਂ ਆਪਦੇ ਸਾਹਮਣੇ ਕੀਤੀ ਇਹਦੇ ਚੋਂ ਆਪਾਂ ਇੰਟਰਸਟ ਮਾਈਨਸ ਕਰ ਦਿੰਦੇ ਕਿਉਂਕਿ ਜਿਹੜਾ ਇਹ ਇੰਟਰਸਟ ਆ ਇਹ B ਦਾ ਤੇ C ਦਾ ਦੋਨਾਂ ਦਾ ਜਦੋਂ B ਦਾ ਇੰਟਰਸਟ ਆਪਾਂ ਨੂੰ 700 ਪਤਾ ਲੱਗ ਗਿਆ ਵਿੱਚੋਂ ਮਾਈਨਸ ਕਰ ਦਿਓ ਤਾਂ ਮਤਲਬ C ਵਾਲੇ ਪਾਸਿਓਂ ਕਿੰਨਾ ਇੰਟਰਸਟ ਆਇਆ ਜੀ ਆਪਾਂ ਨੂੰ
420 ਰੁਪਏ। ਹੁਣ ਇੱਥੇ ਲਿਖਦੇ ਹਾਂ ਆਪਾਂ ਇੱਕ ਸਾਈਡ ਤੇ ਵੀ ਸੀ ਨੂੰ ਆਪਾਂ ਪੈਸੇ ਦਿੱਤੇ, ਪਤਾ ਨਹੀਂ ਕਿੰਨੇ ਰੁਪਏ ਦਿੱਤੇ, ਸੀ ਦੀ ਗੱਲ ਕਰ ਰਹੇ। ਆਰ ਸੀ ਆਪਣੀ 7%, ਟਾਈਮ ਸੀ ਜੀ 4 ਸਾਲ ਦਾ ਦਿੱਤਾ ਆਪਾਂ ਸੀ ਨੂੰ, ਉਹਨੇ ਆਪਾਂ ਨੂੰ ਇਕੱਲਾ ਇੰਟਰਸਟ ਮੋੜਿਆ 420। ਆਪਾਂ ਫਾਈਂਡ ਕਰਨਾ ਪ੍ਰਿੰਸੀਪਲ, ਸੌਖਾ ਹੀ ਇਸ ਤੋਂ ਅੱਗੇ ਤਾਂ ਕੰਮ, ਠੀਕ ਹੈ ਜੀ। ਇੰਟਰਸਟ ਪ੍ਰਿੰਸੀਪਲ ਫਾਈਂਡ ਕਰਨ ਦਾ ਕੀ ਫਾਰਮੂਲਾ ਹੁੰਦਾ, SI ਗੁਣਾ 100 ਡਿਵਾਈਡ ਬਾਏ R ਇੰਟੂ SI ਕਿੰਨਾ ਜੀ 420 ਆਇਆ ਆਪਾਂ ਨੂੰ ਸੀ ਕੋਲੋਂ, ਇੰਟੂ 100, R ਕਿੰਨੀ ਆ ਜੀ 7% ਤੇ ਟਾਈਮ ਕਿੰਨਾ 4, 7 ਛੀਕ 42 60 ਆ ਗਿਆ, 15 34 60 ਤੇ 15 ਨੂੰ 100 ਨਾਲ ਗੁਣਾ ਕੀਤਾ, ਪ੍ਰਿੰਸੀਪਲ ਕਿੰਨਾ ਆ ਗਿਆ ਜੀ 1500। ਇਹ ਪ੍ਰਿੰਸੀਪਲ ਕਿਹਦਾ ਆਇਆ ਜੀ ਆਪਣੇ ਕੋਲ, ਸੀ ਦਾ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਵੀ ਸੀ ਨੂੰ ਕਿੰਨੇ ਰੁਪਏ ਦਿੱਤੇ ਇਹਨੇ, ਉਹ ਨਹੀਂ ਆਪਾਂ ਨੂੰ ਪਤਾ ਸੀ। ਆਂਸਰ ਕਿੰਨਾ ਆ ਗਿਆ ਆਪਣੇ ਕੋਲੇ 1500 ਰੁਪਏ, ਠੀਕ ਹੈ ਜੀ। ਅਗਲਾ ਕੁਐਸਚਨ ਦੇਖ, two equal sum of money were lent at simple interest। ਉਹ ਕਹਿੰਦੇ ਵੀ ਦੋ ਇਕੁਅਲ ਸਮ ਆਪਾਂ ਸਿੰਪਲ ਇੰਟਰਸਟ ਦੇ ਤੇ, ਮੰਨ ਲਓ P ਤੇ P ਦੋਨੇ ਇਕੁਅਲ ਨੇ, ਠੀਕ ਹੈ ਜੀ, ਐਟ 11%, ਇੱਕ ਪਾਸੇ ਲੱਗ ਰਿਹਾ 11% ਹੀ ਲੱਗ ਰਿਹਾ ਜੀ ਦੋਨੀ ਸਾਈਡ, ਆਰ ਕਿੰਨੀ ਲੱਗ ਰਹੀ ਆ 11% ਹੀ ਲੱਗ ਰਹੀ ਹੈ। ਮੰਨ ਲਓ ਤੁਸੀਂ ਇਹ ਸਮਝ ਲਓ ਵੀ ਆਪਾਂ ਇੱਕ ਬੈਂਕ ਦੇ ਵਿੱਚ ਕੋਈ ਰੁਪਈਏ ਧਰਿਆ, ਮੰਨ ਲਓ 100 ਰੁਪਈਆ ਇੱਧਰਲੇ ਬੈਂਕ 'ਚ ਧਰਤਾ, 100 ਰੁਪਈਆ ਦੂਸਰੇ ਬੈਂਕ 'ਚ ਧਰਤਾ, ਇੱਕ SBI 'ਚ ਤੇ ਆਏ, ਇੱਕ ਪੰਜਾਬ ਐਂਡ ਸਿੰਧ ਬੈਂਕ 'ਚ ਤੇ, ਠੀਕ ਹੈ ਜੀ 100 ਰੁਪਈਆ, ਚਲ ਜ਼ਿਆਦਾ ਮੰਨ ਲਓ ਜੇ ਮੰਨੇ ਆ, ਇੱਧਰਲੇ ਪਾਸੋਂ ਵੀ 11% ਵਿਆਜ ਆ ਰਿਹਾ, ਇੱਧਰਲੇ ਪਾਸੋਂ ਵੀ 11% ਵਿਆਜ ਆ ਰਿਹਾ, ਦੋਨੇ ਪਾਸੇ ਇੱਕ, ਬਟ ਇੱਕ ਪਾਸੇ ਟਾਈਮ ਹੈਗਾ 3.5 ਸਾਲ, ਦੂਸਰੀ ਸਾਈਡ ਟਾਈਮ ਕਿੰਨਾ 4.5। ਹੁਣ ਗੱਲ ਸੋਚਣ ਵਾਲੀ ਇਹ ਵੀ ਵਿਆਜ ਕਿੱਧਰੋਂ ਵੱਧ ਆਊ, ਹੁਣ ਦੇਖੋ ਜਦੋਂ ਪ੍ਰਿੰਸੀਪਲ ਆਰ ਤੇ ਟਾਈਮ ਸੇਮ ਹੋਵੇ ਤਾਂ ਵਿਆਜ ਦੋਨੇ ਪਾਸੋਂ ਬਰਾਬਰ ਆਊਗਾ, ਬਟ ਇੱਥੇ ਇੱਕ ਚੀਜ਼ ਦਾ ਫਰਕ ਆ ਸਿਰਫ ਟਾਈਮ ਦਾ, ਇਹਦਾ ਮਤਲਬ ਇੱਧਰਲੇ ਪਾਸੇ ਪੰਜਾਬ ਐਂਡ ਸਿੰਧ ਬੈਂਕ ਵਾਲੇ ਪਾਸੋਂ ਆਪਾਂ ਨੂੰ ਪੈਸੇ ਵੱਧ ਆਉਣਗੇ। ਕਿੰਨੇ ਰੁਪਏ ਵੱਧ ਆਏ ਜੀ 412 ਰੁਪਏ ਤੇ 50 ਪੈਸੇ। ਹੁਣ ਤੁਸੀਂ ਕੋਈ 100 ਨਹੀਂ ਮੰਨਣਾ, ਕੁਛ ਨਹੀਂ ਮੰਨਣਾ, ਦੇਖੋ ਇੱਕ ਸਾਲ ਦੇ ਵਿੱਚ ਆਪਾਂ ਨੂੰ ਵਿਆਜ ਕਿੰਨਾ ਦੇ ਰਹੇ ਦੋਨੇ ਬੈਂਕ 11%, ਤੇ ਇੱਧਰਲੇ ਬੈਂਕ ਤੋਂ ਆਪਾਂ ਨੂੰ ਇਸ ਬੈਂਕ ਨਾਲੋਂ ਇੱਕ ਸਾਲ ਦਾ ਹੀ ਵਿਆਜ ਵੱਧ ਮਿਲੂ, ਕਿੰਨੇ ਪਰਸੈਂਟ ਮਿਲੂਗਾ 11%। ਜੇ ਤੁਸੀਂ ਇਹਨੂੰ 100 ਲੈਟ ਕਰੋਗੇ, ਫਿਰ ਉਹਨੂੰ 11 ਨਾਲ ਗੁਣਾ ਕਰੋਗੇ, ਫਿਰ 3.5 ਨਾਲ, ਫਿਰ ਇਹਨੂੰ 100 ਕਰੋਗੇ, ਫਿਰ 11 ਨਾਲ, ਫਿਰ 4.5 ਨਾਲ, ਦੋਵਾਂ ਨੂੰ ਮਾਈਨਸ ਕਰੋਗੇ ਵੀ ਕਿੰਨੇ ਵਿਆਜ ਦਾ ਫਰਕ ਆਉਂਦਾ, ਉਹ ਐਂਡ ਤੇ 11 ਦਾ ਹੀ ਆਊਗਾ। ਸਿੱਧਾ ਸੋਚ ਲਓ ਵੀ ਇੱਧਰੋਂ ਆਪਾਂ ਨੂੰ ਇਸ ਬੈਂਕ ਦੇ ਵਿੱਚ ਜਿੰਨੇ ਪੈਸੇ ਆਪਾਂ ਦਿੱਤੇ ਆ ਤੇ ਇੱਧਰ ਦਿੱਤੇ ਆ, ਇਹ ਵਾਲੇ ਬੈਂਕ ਆਪਾਂ ਨੂੰ ਇਹਦੇ ਨਾਲੋਂ ਇੱਕ ਸਾਲ ਦਾ ਵਿਆਜ ਵੱਧ ਦੇ ਰਿਹਾ, ਇੱਕ ਸਾਲ ਦਾ ਰੇਟ ਆਫ ਇੰਟਰਸਟ ਕਿੰਨਾ ਮਿਲਦਾ ਜੀ ਆਪਾਂ ਨੂੰ 11%। ਇਹਦਾ ਮਤਲਬ ਕਿ ਆਪਾਂ ਨੇ ਕੋਲੇ ਜਿਹੜਾ ਆਹ ਵਿਆਜ ਦਾ ਫਰਕ ਆਇਆ ਉਹ ਕਿੰਨੇ ਪਰਸੈਂਟ ਦੇ ਬਰਾਬਰ ਹੋਊਗਾ, 11% ਦੇ ਬਰਾਬਰ ਹੋਊਗਾ, ਤੇ ਟੋਟਲ ਪਰਸੈਂਟੇਜ ਵੈਲਿਊ ਕਿੰਨੀ ਹੁੰਦੀ ਹੈ 100%। ਜੇ 11 ਦੇ ਬਰਾਬਰ ਆ ਤੇ 1% ਦੀ ਵੈਲਿਊ ਕੀ ਆ ਗਈ 412.50 ਡਿਵਾਈਡ ਬਾਈ 11 ਤੇ ਗੁਣਾ ਕਿੰਨੇ ਨਾਲ ਕਰ ਦਾਂਗੇ ਆਪਾਂ 100 ਨਾਲ, ਠੀਕ ਹੈ ਜੀ। ਪੁਆਇੰਟ ਹਟਾਵਾਂਗੇ ਜੀ ਆਪਾਂ ਰੇਜ਼ਰ ਨਾਲ, ਤੇ ਬਟੇ 'ਚ ਕੀ ਲੱਗ ਜੂਗਾ ਆਪਣੇ ਕੋਲ ਇੱਥੇ 100 ਨਾਲ 100 ਕੈਂਸਲ, 11 ਨੂੰ ਕੱਟ ਲਓ ਜੀ, 11 ਤੀਆ 33 ਕਿੰਨੇ ਬਚ ਗਏ 8, 11 7 77 ਕਿੰਨੇ ਬਚ ਗਏ ਜੀ 5, 11 5 55, ਤੇ ਆਪਣੇ ਕੋਲੇ ਪ੍ਰਿੰਸੀਪਲ ਕਿੰਨਾ ਆ ਗਿਆ 3750। ਮਤਲਬ ਕਿ ਆਪਾਂ SBI 'ਚ ਵੀ 3750 ਰੱਖੇ ਸੀ, ਆਪਾਂ ਪੰਜਾਬ ਐਂਡ ਸਿੰਧ 'ਚ ਵੀ 3750 ਰੱਖੇ ਸੀ, ਤੇ ਇੱਧਰਲੇ ਪਾਸੋਂ ਵੀ 11%, ਇੱਧਰੋਂ ਵੀ 11, ਇੱਧਰ 3.5 ਸਾਲ ਦਾ, ਇੱਧਰ 4.5 ਸਾਲ ਦਾ, ਤਾਂ ਵਿਆਜ ਦਾ ਫਰਕ ਕਿੰਨਾ ਆ ਗਿਆ 412 ਰੁਪਏ ਤੇ 50 ਪੈਸੇ। ਆਂਸਰ ਕਿੰਨਾ ਆ ਗਿਆ 3750 ਸੀ ਆਪਸ਼ਨ, ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ, ਜੱਟਾ ਇਨਵੈਸਟ 7500, ਇਹ ਕੁਐਸਚਨ ਇੰਪੋਰਟੈਂਟ ਹੈ ਜੀ, ਵਧੀਆ ਕੁਐਸਚਨ। ਇਨਵੈਸਟ 7500 RS ਅਗਰਵਾਲ ਦਾ ਜੀ, ਠੀਕ ਹੈ, ਯਾਦ ਰੱਖਣਾ ਇਹ ਕੁਐਸਚਨ, ਇਹਨਾਂ ਵਿੱਚੋਂ ਡਿਟੋ ਕੁਐਸਚਨ ਤੁਹਾਨੂੰ ਪੰਜਾਬ ਦੇ ਪੇਪਰਾਂ ਦੇ ਵਿੱਚ ਮਿਲਣਗੇ, ਖਾਸ ਕਰਕੇ PSSB ਦਾ ਜੇ ਕੋਈ ਐਗਜ਼ਾਮ ਦੇ ਰਿਹਾ, ਇੱਕ ਦਿਨ ਦੇ ਵਿੱਚ ਐਗਜ਼ਾਮ ਹੁੰਦਾ ਜਿਹੜਾ ਇੱਕ ਸ਼ਿਫਟ ਦੇ ਵਿੱਚ, ਉਹ ਡਿਟੋ RS ਅਗਰਵਾਲ ਦੇ ਵਿੱਚੋਂ ਕਾਪੀ ਕਰਕੇ ਕੁਐਸਚਨ ਪਾਉਂਦੇ ਆ, ਆਪਸ਼ਨਸ ਵੀ ਚੇਂਜ ਨਹੀਂ ਕਰਦੇ। ਜੇ RS ਅਗਰਵਾਲ ਦੇ ਵਿੱਚ ਕੁਐਸਚਨ ਗਲਤ ਪਿਆ ਨਾ ਤਾਂ ਪੇਪਰ ਦੇ ਵਿੱਚ ਵੀ ਕੁਐਸਚਨ ਗਲਤ ਹੀ ਚੇਪਦੇ ਨਾ ਉਹਨਾਂ ਨੇ, ਠੀਕ ਹੈ ਜੀ, ਤੇ ਰੱਟੇ ਲਾ ਕੇ ਜਾਓ। ਮੇਰੇ ਸਟੂਡੈਂਟ 5-5 ਵਾਰੀ RS ਅਗਰਵਾਲ ਕਰਕੇ ਬੈਠੇ ਆ, ਘੋਲ ਕੇ ਪੀ ਕੇ ਲੋਕ ਇਹਨਾਂ ਨੂੰ, ਹੁਣ ਫੇਰ ਘੋਲਣਗੇ, ਅੱਜ ਤਾਂ ਅਨਾਊਂਸ ਕਰਤੀਆਂ ਹੋਰ ਪੋਸਟਾਂ 25000, ਤਿਆਰੀ ਸ਼ੁਰੂ ਕਰ ਦਿਓ ਸਾਰੇ ਜਣੇ। ਜਾਂ ਤਾਂ ਇਨਵੈਸਟ ₹7500 ਐਟ ਸਿੰਪਲ ਇੰਟਰਸਟ 11% ਪਰ ਐਨਮ, ਇਹਦਾ ਮਤਲਬ ਹੁੰਦਾ ਪਰ ਐਨਮ ਵੀ ਇੱਕ ਸਾਲ ਦੇ ਵਿੱਚ 11% ਆ ਰਿਹਾ, 11% ਪਰ ਐਨਮ। ਉਲਝ ਨਾ ਜਾਓ ਜਿਹਨੂੰ ਵੇਖ ਕੇ ਪਤਾ ਨਹੀਂ ਕੀ ਪਾਇਆ ਪਿਆ PCP
ਸੀ ਫਰਦਰ ਇਨਵੈਸਟ ਸਮ ਅਮਾਊਂਟ ਐਟ ਸਿੰਪਲ ਇੰਟਰਸਟ ਐਟ ਦੀ ਰੇਟ ਆਫ 15% ਪਰ ਐਨਮ। ਇੱਕ ਪਾਸੇ ਦਿੱਤੇ ਜੀ ਉਹਨੇ 11% ਤੇ ਪੈਸੇ, ਕਿੰਨੇ ਰੁਪਏ ਦਿੱਤੇ ਆ 75। ਦੂਸਰੇ ਪਾਸੇ ਉਹਨੇ ਕਿੰਨੇ ਦੇ ਦਿੱਤੇ ਆ 15% ਤੇ, ਬਟ ਸਮ ਅਮਾਊਂਟ ਉਹ ਆਪਾਂ ਨੂੰ ਪਤਾ ਨਹੀਂ ਕਿੰਨੀ ਦਿੱਤੀ। ਠੀਕ ਹੈ ਜੀ। ਟੋਟਲ ਇੰਟਰਸਟ ਅਰਨਡ ਐਟ ਦਾ ਐਂਡ ਆਫ ਦਾ ਈਅਰ, ਦੋਨੇ ਪਾਸੇ ਇੱਕ ਸਾਲ ਦਾ ਟਾਈਮ ਆ ਤੇ ਉਹਨੂੰ ਕਿੰਨੇ ਪਰਸੈਂਟ ਵਿਆਜ ਆਇਆ ਟੋਟਲ 12%। ਹੁਣ ਤੁਸੀਂ ਕਹੋਗੇ 12% ਕਿਵੇਂ ਆਇਆ? ਦੇਖੋ ਜੇ ਆਪਾਂ ਦੋਵੇਂ ਅਮਾਊਂਟ ਨੂੰ ਐਡ ਕਰ ਦਈਏ ਨਾ ਤੇ ਜਿਹੜੀ ਟੋਟਲ ਅਮਾਊਂਟ ਬਣੂਗੀ ਉਹਦੇ ਉੱਪਰ ਆਪਾਂ ਨੂੰ 12% ਵਿਆਜ ਆ। ਦੇਖੋ ਇਹਨੂੰ ਆਪਾਂ ਐਲੀਗੇਸ਼ਨ ਨਾਲ ਸੋਲਵ ਕਰ ਸਕਦੇ। ਉਹਨਾਂ ਨੇ ਆਪਾਂ ਨੂੰ ਪੁੱਛੀ ਆ 15% ਵਾਲੀ ਅਮਾਊਂਟ, ਵੈਸੇ ਤਾਂ ਐਕਸ ਨਾਲ ਵੀ ਸੋਲਵ ਕੀਤਾ ਜਾ ਸਕਦਾ। ਹੁਣ ਐਕਸ ਨਾਲ ਸੋਲਵ ਕਿਵੇਂ ਕੀਤਾ ਜਾਊਗਾ ਮੈਂ ਤੁਹਾਨੂੰ ਦੱਸ ਦਿੰਦਾ ਮਾੜਾ ਜਿਹਾ ਵੀ ਜੇ ਤੁਸੀਂ ਬੁੱਕ ਦੇ ਵਿੱਚ ਵੇਖੋਗੇ ਤਾਂ ਕਿਵੇਂ ਕੀਤਾ ਹੋਊਗਾ ਉਹਨਾਂ ਨੇ। ਬੁੱਕ ਵਾਲੇ ਕੰਮ 'ਚ ਨਹੀਂ ਜਾਣਾ ਕਿਉਂਕਿ ਆਪਾਂ ਕਿਹੜਾ ਕਿਸੇ ਨੂੰ ਕਾਪੀ ਚੈੱਕ ਕਰਾਉਣੀ ਆ ਵੀ ਆਪਾਂ ਪੂਰਾ ਫੁੱਲ ਡਿਟੇਲ ਦੇ ਵਿੱਚ ਸਮ ਕਰਕੇ ਦੇਣਾ ਐਕਸ ਲਾ ਕੇ। ਆਪਾਂ ਨੂੰ ਤਾਂ ਆਨਸਰ ਨਾਲ ਮਤਲਬ ਆ, ਤੁੱਕਾ ਹੀ ਲੱਗਿਆ ਵੀ ਆਪਣਾ ਆਨਸਰ ਸਹੀ ਹੋਣਾ ਚਾਹੀਦਾ। ਦੇਖੋ ਉਹ ਐਕਸ ਨਾਲ ਕਿਵੇਂ ਕਰਨਗੇ, ਉਹ ਕਹਿਣਗੇ ਜੀ ਮੰਨ ਲਓ ਇੱਕ 7500 ਆ, 7500 ਤੇ ਆ ਰਿਹਾ ਜੀ 11% ਵਿਆਜ ਪਲੱਸ ਐਕਸ ਉੱਪਰ ਆ ਰਿਹਾ ਜੀ ਆਪਾਂ ਨੂੰ 15% ਵਿਆਜ। ਦੋਹਾਂ ਨੂੰ ਜੋੜਤਾ ਕਿਉਂਕਿ ਵਿਆਜ ਨਾਲ ਵਿਆਜ ਜੋੜਾਂਗੇ। ਜਿਹੜਾ ਆਪਣਾ ਵਿਆਜ ਬਣੂਗਾ ਓਵਰਆਲ ਉਹ ਬਣੂਗਾ 7500 ਪਲੱਸ ਐਕਸ ਉੱਪਰ 12%। ਓਵਰਆਲ ਕਿੰਨਾ ਬਣ ਰਿਹਾ 12। ਇਹਦੇ ਚੋਂ ਐਕਸ ਦੀ ਵੈਲਿਊ ਕੱਢਣੀ ਪੈਣੀ। ਜੇ ਕਿਸੇ ਨੂੰ ਇਹ ਚੰਗਾ ਲੱਗਦਾ ਤਾਂ ਇੱਦਾਂ ਵੀ ਕਰ ਸਕਦੇ, ਬਟ ਮੈਂ ਇੱਦਾਂ ਸਾਹਮਣੇ ਕਰ। ਇੱਕ ਪਾਸੇ ਆਪਣੇ ਕੋਲ 11%, ਇੱਕ ਪਾਸੇ 15%, ਓਵਰਆਲ ਕਿੰਨਾ ਆ ਗਿਆ 12%। ਐਲੀਗੇਸ਼ਨ ਥੋੜੀ ਸਮਝਣੀ ਪੈਂਦੀ ਹੈ, ਜਦੋਂ ਐਲੀਗੇਸ਼ਨ ਚੈਪਟਰ ਕਰਾਂਗੇ ਉਦੋਂ ਸਮਝਾਂਗੇ। ਦੇਖੋ ਐਲੀਗੇਸ਼ਨ ਦੇ ਵਿੱਚ ਚੈੱਕ ਕਰਨਾ ਵੀ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਵੈਲਿਊ ਵੱਡੀ ਹੋਊਗੀ ਇੱਕ ਛੋਟੀ ਹੋਊਗੀ, ਤੇ ਜੋ ਇੱਥੇ ਮਿਡ 'ਚ ਲਿਖੀ ਜਾਂਦੀ ਉਹ ਦੋਹਾਂ ਦੇ ਮਿਡ 'ਚ ਆਊਗੀ। ਉਹ 15 ਤੋਂ ਵੱਡੀ ਨਹੀਂ ਹੋ ਸਕਦੀ, 11 ਤੋਂ ਛੋਟੀ ਨਹੀਂ ਹੋ ਸਕਦੀ। ਠੀਕ ਹੈ ਜੀ, ਇਹ ਗੱਲ ਦਾ ਖਿਆਲ ਰੱਖੋ। ਅੱਗੇ ਤੁਹਾਨੂੰ ਪਤਾ ਹੈ ਉਹ ਮਾਈਨਸ ਕਰੀਦਾ, 15 ਚੋਂ 12 ਮਾਈਨਸ ਕੀਤੇ ਜੀ 3, ਵੱਡੀ ਵੈਲਿਊ 'ਚ ਛੋਟੀ ਵੈਲਿਊ ਮਾਈਨਸ ਕਰਨੀ ਹੈ, ਕਿੰਨਾ ਆ ਗਿਆ 15 ਚੋਂ 12 ਮਾਈਨਸ ਕੀਤੇ 3। ਹੁਣ ਇਹ 11 ਚੋਂ 12 ਨਹੀਂ ਮਾਈਨਸ ਕਰਨੇ ਕਿਉਂਕਿ ਇੱਥੇ ਮਾਈਨਸ ਦਾ ਇੱਕ ਆ ਜੂਗਾ। ਇਹ ਵੱਡੀ ਵੈਲਿਊ 12, 12 ਚੋਂ 11 ਮਾਈਨਸ ਕਰਨੇ, ਇਹ ਗੱਲ ਯਾਦ ਰੱਖਣਾ। ਜੇ ਮੰਨ ਲਓ ਇਹ 11 ਮਾਈਨਸ ਦਾ ਹੁੰਦਾ, ਇਹ ਹੁੰਦਾ ਪ੍ਰੋਫਿਟ ਐਂਡ ਲਾਸ ਦੇ ਵਿੱਚ ਐਲੀਗੇਸ਼ਨ ਮਾਈਨਸ 'ਚ ਵੀ ਆ ਜਾਂਦੀ ਹੈ ਜੀ, ਕਿਉਂਕਿ ਇੱਕ ਪਾਸੇ ਪ੍ਰੋਫਿਟ ਹੋ ਜਾਂਦਾ ਇੱਕ ਪਾਸੇ ਲਾਸ ਹੋ ਜਾਂਦਾ, ਤਾਂ ਆਪਾਂ ਨੂੰ ਮਾਈਨਸ 'ਚ ਰੱਖਣਾ ਪੈਂਦਾ। ਜਦੋਂ 12 ਚੋਂ ਮਾਈਨਸ 11 ਮਾਈਨਸ ਕਰੋਗੇ ਤਾਂ ਪਲੱਸ ਹੋ ਜਾਣਗੇ। ਠੀਕ ਹੈ, ਇੱਥੇ ਤਾਂ ਪਲੱਸ ਦੀ ਹੈ, 12 ਚੋਂ 11 ਮਾਈਨਸ ਕੀਤੇ ਕਿੰਨਾ ਆ ਗਿਆ 1। ਠੀਕ ਹੈ, ਰੇਸ਼ੋ ਬਣ ਗਈ ਜੀ ਆਪਣੇ ਕੋਲੇ। ਜੇ 11% ਵਾਲੀ ਵੈਲਿਊ 3 ਹਿੱਸੇ ਸੀ ਨਾ, ਤਾਂ 15% ਵਾਲੀ ਵੈਲਿਊ ਕਿੰਨੀ ਹੈ 1 ਹਿੱਸਾ। ਜਦੋਂ ਵੀ ਤੁਸੀਂ ਐਲੀਗੇਸ਼ਨ ਲਾਉਂਦੇ ਹੋ ਐਂਡ ਤੇ ਹਮੇਸ਼ਾ ਰੇਸ਼ੋ ਹੀ ਬਣੂਗੀ। ਠੀਕ ਹੈ, ਜੇ ਤੁਸੀਂ ਸਿੰਪਲ ਇੰਟਰਸਟ ਤੇ ਜਾਂ ਕੰਪਾਊਂਡ ਇੰਟਰਸਟ ਦੇ ਵਿੱਚ ਐਲੀਗੇਸ਼ਨ ਲਾ ਰਹੇ ਹੋ ਤਾਂ ਪਰਸੈਂਟੇਜ ਉੱਪਰ ਜਦੋਂ ਐਲੀਗੇਸ਼ਨ ਲਾਈ ਦੀ ਹੈ ਤੇ ਜਿਹੜੀ ਰੇਸ਼ੋ ਬਣਦੀ ਹੈ ਉਹ ਪ੍ਰਿੰਸੀਪਲ ਦੀ ਬਣਦੀ ਹੈ। ਠੀਕ ਹੈ ਜੀ, ਦੋਵੇਂ ਪ੍ਰਿੰਸੀਪਲ ਦੀ ਰੇਸ਼ੋ ਬਣ ਜਾਂਦੀ ਹੈ। ਓਕੇ, ਚਲੋ ਦੇਖਦੇ ਹਾਂ। ਜੇ ਆਪਾਂ ਨੂੰ 11% ਵਾਲੀ ਵੈਲਿਊ ਦਾ ਪਤਾ ਕਿੰਨੀ ਆ 7500, ਇਹਦਾ ਮਤਲਬ 3 ਹਿੱਸੇ ਕਿਹਦੇ ਬਰਾਬਰ ਆ 7500 ਦੇ, ਇੱਕ ਹਿੱਸਾ ਕਿਹਦੇ ਬਰਾਬਰ ਆ ਜੂਗਾ 2500 ਦੇ, ਤੇ ਆਪਾਂ ਇੱਕ ਹਿੱਸੇ ਦੀ ਤਾਂ ਵੈਲਿਊ ਕੱਢਣੀ ਹੈ। ਕਿੰਨਾ ਆ ਗਿਆ ਜੀ ਆਪਣਾ ਆਨਸਰ 2500। ਆ ਪੀਡੀਐਫ ਮੈਂ ਦੰਦ ਵਾਲਾ ਮਾਰਦਾ, ਟੱਪ ਕਰ ਦਿੰਦੇ ਆਪਾਂ। ਆ ਰਹੀ ਜੀ ਆਪਣੀ ਆਪਸ਼ਨ 2500। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ। A lent rupees 5000 to B। A ਨੇ 5000 ਰੁਪਏ ਦਿੱਤਾ ਜੀ B ਨੂੰ 2 ਸਾਲ ਲਈ, ਐਂਡ 3000 ਤੁਸੀਂ 3000 ਦੇ ਤਾਂ B ਨੂੰ 4 ਸਾਲ ਲਈ ਔਨ ਸਿੰਪਲ ਇੰਟਰਸਟ। ਸਿੰਪਲ ਇੰਟਰਸਟ ਚੈਪਟਰ ਕਰ ਰਹੇ ਹਾਂ, ਜ਼ਿਆਦਾਤਰ ਕੁਐਸਚਨ ਸਿੰਪਲ ਇੰਟਰਸਟ ਦੇ ਆਉਣਗੇ। ਕੰਪਾਊਂਡ ਇੰਟਰਸਟ ਕਰਾਂਗੇ ਤਾਂ ਉਹਦੇ 'ਚ ਇਕੱਲੇ ਕੰਪਾਊਂਡ ਦੇ ਨੇ, ਸਿੰਪਲ ਤੇ ਕੰਪਾਊਂਡ ਦੋਨੇ ਮਿਕਸ ਕਰਕੇ ਕੁਐਸਚਨ ਪਾਉਂਦੇ, ਜ਼ਿਆਦਾਤਰ ਪੇਪਰ 'ਚ ਉਹੀ ਕੁਐਸਚਨ ਆਉਂਦੇ ਆਪਾਂ। ਸੇਮ ਰੇਟ ਆਫ ਇੰਟਰਸਟ, ਦੋਨੇ ਪਾਸੇ ਰੇਟ ਆਫ ਇੰਟਰਸਟ ਸੇਮ ਆ ਤੇ ਰਿਸੀਵਡ 2200 ਇਨ ਆਲ ਫਰੋਮ ਬੋਥ ਐਜ਼ ਇੰਟਰਸਟ। ਤੇ ਦੋਨੇ ਪਾਸੇ ਆਪਾਂ ਨੂੰ ਇੰਟਰਸਟ ਕਿੰਨਾ ਆ ਰਿਹਾ 2200। ਇਹਨੂੰ ਵੀ ਸੌਖਾ ਤਰੀਕਾ ਵੈਸੇ ਨੂੰ ਆਪਾਂ ਫਾਰਮੂਲੇ 'ਚ ਪੁੱਟ ਕਰ ਸਕਦੇ ਹਾਂ। ਇੱਕ ਪਾਸੇ 5000 ਜਿਵੇਂ ਆਪਣਾ ਫਾਰਮੂਲਾ ਹੁੰਦਾ P ਇੰਟੂ ਆਰ ਇੰਟੂ ਟੀ ਵਾਲਾ ਬਟਾ 100 ਮੂਲ ਧਨ ਗੁਣਾ ਦਰ ਗੁਣਾ ਸਮਾਂ ਬਟਾ 100 ਵਾਲਾ ਫਾਰਮੂਲਾ। ਰਿਕਾਰਡਿੰਗ ਹੋ ਰਹੀ ਹੈ ਨਾ, ਮਿੰਟ ਹੋ ਗਏ। 5000 ਰੁਪਇਆ ਦਿੱਤਾ B ਨੂੰ, A ਨੇ ਕਿੰਨੇ ਸਾਲ ਲਈ 2 ਸਾਲ ਲਈ। ਆਰ ਆਪਾਂ ਨੂੰ ਪਤਾ ਨਹੀਂ, ਆਰ ਨੂੰ ਆਪਾਂ ਆਰ ਲਿਖਤਾ ਬਟਾ ਕਿੰਨਾ ਆ ਗਿਆ। B ਨੂੰ ਕਿੰਨਾ ਦਿੱਤਾ 3000, ਆਰ ਆਪਾਂ ਨੂੰ ਪਤਾ ਨਹੀਂ ਬਟ ਹੈ ਸੇਮ, ਇਸ ਲਈ ਆਰ ਹੀ ਲਿਖਤਾ। ਕਿੰਨੇ ਸਾਲਾਂ ਲਈ 4 ਸਾਲ ਲਈ ਬਟਾ ਕਿੰਨਾ। ਇੱਕ ਆ ਇੰਟਰਸਟ ਬਣ ਜੂਗਾ B ਤੋਂ, ਆ ਇੰਟਰਸਟ ਆਊਗਾ C ਤੋਂ, ਦੋਹਾਂ ਦਾ ਜੋੜ ਕਿਹਦੇ ਬਰਾਬਰ ਆ ਜੀ 2200 ਦੇ।
ਆਈ ਤਾਂ ਆਪਾਂ ਸੋਲਵ ਕਰਨਾ, ਕੱਟ ਦੋ, 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟਦੀਆਂ, ਇੱਥੇ ਕਿੰਨਾ ਬਣ ਜੂਗਾ 50 ਗੁਣਾ 2 ਕਿੰਨਾ ਬਣ ਗਿਆ 100 ਵਾਰ, 2 ਜ਼ੀਰੋਆਂ ਨਾਲ 2 ਜ਼ੀਰੋਆਂ ਕੈਂਸਲ, 30 ਨੂੰ 4 ਨਾਲ ਗੁਣਾ ਕੀਤਾ ਕਿੰਨਾ ਹੁੰਦਾ ਜੀ 120,000 ਤੇ ਬਰਾਬਰ ਕਿੰਨਾ ਆ ਗਿਆ 22। ਦੋਹਾਂ ਨੂੰ ਐਡ ਕੀਤਾ ਜੀ ਕਿੰਨਾ ਬਣ ਗਿਆ 220,000 ਬਰਾਬਰ 22। ਇਹਨੂੰ ਵਿੱਚ ਤੇ ਕੈਂਸਲ ਕਰਾਂਗੇ ਤਾਂ ਆਰ ਕਿੰਨਾ ਆ ਜੂਗਾ 10%। ਠੀਕ ਹੈ, ਬਾਕੀ ਗੱਲ ਸਮਝ ਸੌਖਾ ਹੀ ਸੀ ਜੀ ਕੁਐਸਚਨ। ਅਗਲਾ ਕੁਐਸਚਨ, the difference between the simple interest received from two different sources on rupees 15 for 3 year is 13 ਰੁਪਏ 50 ਪੈਸੇ। ਦੇਖੋ ਜੀ ਉਹ ਇਹ ਕਹਿ ਰਹੇ ਆ ਕਿ 1500 ਰੁਪਈਆ ਆਪਾਂ ਦੋ ਪਾਸੇ ਦਿੱਤਾ। ਆਪਾਂ ਉਹੀ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ 1500 ਰੁਪਈਆ ਆਪਾਂ SBI ਬੈਂਕ 'ਚ ਦੇਤਾ ਤੇ 1500 ਰੁਪਈਆ ਆਪਾਂ PNB ਬੈਂਕ 'ਚ ਦੇਤਾ, ਪੰਜਾਬ ਐਂਡ ਨੈਸ਼ਨਲ ਬੈਂਕ ਬਦਲ ਲੈਂਦੇ ਇੱਥੇ, ਦੋ ਸਿਰੇ ਦੇ ਬੈਂਕ ਹੈ ਜੀ ਇਸ ਟਾਈਮ। ਦੇਖੋ 1500 ਇੱਧਰ ਦੇਤਾ, 1500 ਇੱਧਰ ਦੇਤਾ, ਟਾਈਮ ਦੋਨੇ ਪਾਸੇ ਕਿੰਨਾ ਜੀ 3-3 ਸਾਲ ਦਾ। ਦੇਖੋ ਪ੍ਰਿੰਸੀਪਲ ਵੀ ਸੇਮ ਆ, ਟਾਈਮ ਵੀ ਸੇਮ ਹੈ। ਜੇ ਆਪਾਂ ਇੱਥੇ ਆਰ ਵੀ ਸੇਮ ਰੱਖ ਦਈਏ ਨਾ, ਆਰ ਨੂੰ ਸੇਮ ਰੱਖ ਦਈਏ ਤਾਂ ਦੋਨੇ ਪਾਸੇ ਵਿਆਜ ਬਰਾਬਰ ਹੀ ਆਊਗਾ। ਬਟ ਉਹ ਕਹਿ ਰਹੇ ਆ ਵਿਆਜ ਦੇ ਵਿੱਚ ਡਿਫਰੈਂਸ, ਇਹਦਾ ਮਤਲਬ ਆਰ ਦੇ ਵਿੱਚ ਵੀ ਡਿਫਰੈਂਸ। ਜਦੋਂ ਟਾਈਮ ਤੇ ਪ੍ਰਿੰਸੀਪਲ ਦਾ ਸੇਮ, ਇਹਦਾ ਮਤਲਬ ਇੱਕ ਹੀ ਚੀਜ਼ ਰਹੇਗੀ, ਦੋਹਾਂ ਦੀ ਆਰ ਸੇਮ ਨਹੀਂ ਗੀ। ਠੀਕ ਹੈ, ਉਹੀ ਆਪਾਂ ਡਿਫਰੈਂਸ ਫਾਈਂਡ ਕਰਨਾ। ਦੇਖੋ ਆਪਾਂ ਨੂੰ ਕਿੰਨਾ ਵਿਆਜ ਵੱਧ ਆਇਆ 13 ਰੁਪਏ 50 ਪੈਸੇ, ਕਿੰਨੇ ਸਾਲਾਂ ਦਾ 3 ਸਾਲ। ਜਿਹੜੀ ਆਰ ਹੁੰਦੀ ਆ ਉਹ ਹੁੰਦੀ ਆ ਪਰ ਐਨਮ, ਇਹ ਗੱਲ ਦਾ ਖਿਆਲ ਰੱਖਣਾ, ਕੀ ਹੁੰਦੀ ਆ ਪਰ ਐਨਮ। ਇਸ ਲਈ ਆਪਾਂ ਚੈੱਕ ਕਰਾਂਗੇ ਵੀ 1 ਸਾਲ ਦਾ ਡਿਫਰੈਂਸ ਕਿੰਨਾ। ਜੋ 3 ਨੂੰ ਤੁਸੀਂ 13.5 ਤੇ ਕੈਂਸਲ ਕਰੋਗੇ ਤਾਂ 1 ਸਾਲ ਦਾ ਜਿਹੜਾ ਡਿਫਰੈਂਸ ਆਊਗਾ, ਡਿਫਰੈਂਸ ਆਫ 1 ਈਅਰ, ਉਹ ਕਿੰਨਾ ਆਊਗਾ ਜੀ ਆਪਣੇ ਕੋਲੇ 4.5 ਰੁਪਏ 50 ਪੈਸੇ। ਠੀਕ ਹੈ ਜੀ, ਓਕੇ। ਤੇ ਹੁਣ ਆਪਾਂ ਇਹਦੀ ਪਰਸੈਂਟੇਜ ਬਣਾਉਣੀ ਹੈ, ਤੇ ਪਰਸੈਂਟੇਜ ਕਿਵੇਂ ਬਣਦੀ ਹੁੰਦੀ ਹੈ? ਆਰ ਪਰਸੈਂਟ ਕੱਢਣ ਦਾ ਕੀ ਫਾਰਮੂਲਾ ਹੁੰਦਾ ਜੀ? ਆਰ ਪਰਸੈਂਟ ਕੱਢਣ ਦਾ ਆਪਣਾ 1 ਇੰਟਰਸਟ ਆਫ 1 ਈਅਰ ਡਿਵਾਈਡ ਬਾਈ ਪ੍ਰਿੰਸੀਪਲ ਇੰਟੂ 100। ਮੈਂ ਫਸਟ ਵੀਡੀਓ ਦੇ ਵਿੱਚ ਦੱਸਿਆ ਸੀਗਾ, ਵੈਸੇ ਇੱਥੇ ਟਾਈਮ ਦੀ ਵੀ ਹੁੰਦਾ, ਬਟ ਜੇ ਟਾਈਮ ਦਿੱਤਾ ਹੋਵੇ ਤੇ ਇਹਦੇ ਤੋਂ ਆਪਾਂ ਆਰ ਦਾ ਡਿਫਰੈਂਸ ਵੀ ਫਾਈਂਡ ਕਰ ਸਕਦੇ, ਕਿਉਂਕਿ ਜਿਹੜਾ ਆਰ ਦਾ ਡਿਫਰੈਂਸ ਉਹ ਵੀ ਕੀ ਆਊਗਾ 1500 ਦੇ ਉੱਪਰ ਹੀ ਆਊਗਾ। ਆਪਣਾ ਇੰਟਰਸਟ ਕਿੰਨੇ ਦਾ ਡਿਫਰੈਂਸ ਹੈ ਜੀ ਆਪਣੇ ਵਿੱਚ? ਇੰਟਰਸਟ ਦੇ ਵਿੱਚ 4.5 ਰੁਪਈਆਂ ਦਾ। ਕਿੰਨੇ ਤੇ ਨਿਕਲਿਆ ਜੀ ਇਹ? 1500 ਤੇ ਗੁਣਾ ਕਿੰਨਾ ਆ ਗਿਆ? ਠੀਕ ਹੈ ਜੀ, ਆ ਪੁਆਇੰਟ ਹਟਾਵਾਂਗੇ, ਬਟੇ 'ਚ ਕਿੰਨਾ ਲੱਗ ਜੂਗਾ 100, ਜ਼ੀਰੋ ਨਾਲ ਜ਼ੀਰੋ ਕੈਂਸਲ, ਜ਼ੀਰੋ ਨਾਲ ਆ ਜ਼ੀਰੋ ਕੈਂਸਲ, ਇਹਨਾਂ ਨੂੰ ਕੈਂਸਲ ਕਰ ਦਿਓ ਜੀ। 45 ਤੇ 150 ਨੂੰ ਆਪਾਂ ਕੈਂਸਲ ਕੀਤਾ ਪਾਈਂ ਦੇ ਟੇਬਲ ਤੇ, 9 ਬਟਾ ਕਿੰਨਾ ਆ ਗਿਆ ਜੀ ਆਪਣੇ ਕੋਲੇ? ਹਾਂ 30। ਇਹਨੂੰ ਕੈਂਸਲ ਕਰ ਦਿਓ ਜੀ, ਕਿੰਨਾ ਆ ਜੂਗਾ 3 ਬਟਾ 10। 3 ਬਟਾ 10 ਨੂੰ ਆਪਾਂ ਕੀ ਲਿਖਾਂਗੇ 0.3% ਤੱਕ ਹੀ ਆਪਣਾ ਡਿਫਰੈਂਸ। ਠੀਕ ਹੈ ਜੀ, ਕੈਂਸਲ ਕਰ ਸਕਦੇ। ਅੱਗੇ ਦੇਖ ਬਸ 1-2 ਕੁਐਸਚਨ ਹੀ ਰਹਿ ਗਏ ਮੇਰੇ ਹਿਸਾਬ ਨਾਲ। A sum was put at simple interest at a certain rate of 3 years। ਉਹ ਕਹਿੰਦੇ ਜੀ ਕੋਈ ਨਾ ਕੋਈ ਪ੍ਰਿੰਸੀਪਲ ਦਿੱਤਾ ਗਿਆ ਜੀ ਸਿੰਪਲ ਇੰਟਰਸਟ ਤੇ 3 ਸਾਲਾਂ ਵਾਸਤੇ, ਟਾਈਮ ਦਿੱਤਾ ਹੈ, ਕੋਈ ਵੀ ਪ੍ਰਿੰਸੀਪਲ ਆਪਾਂ ਨੂੰ ਨਹੀਂ ਪਤਾ, ਬਟ ਟਾਈਮ ਕਿੰਨਾ 3 ਸਾਲ। ਠੀਕ ਹੈ ਜੀ, ਜਦੋਂ 3 ਸਾਲ ਕੋਈ ਪ੍ਰਿੰਸੀਪਲ ਆ, ਕੋਈ ਆਰ ਵੀ ਹੋਊਗੀ ਤੇ ਕੋਈ ਨਾ ਕੋਈ SI ਵੀ ਆਊਗਾ, ਆਪਾਂ ਨੂੰ ਕੁਛ ਨਹੀਂ ਪਤਾ। ਇੱਕ ਪ੍ਰਿੰਸੀਪਲ ਆ, ਠੀਕ ਆ, ਉਹਦੇ ਉੱਤੇ ਕੋਈ ਨਾ ਕੋਈ ਆਰ ਵੀ ਲੱਗ ਰਹੀ ਹੋਊਗੀ, ਕੋਈ ਨਾ ਕੋਈ ਇੰਟਰਸਟ ਵੀ ਆਊਗਾ, ਕਿਉਂਕਿ ਟਾਈਮ ਦਿੱਤਾ ਹੈ 3 ਸਾਲ। ਉਹ ਕਹਿੰਦੇ ਜੇਕਰ ਆਪਾਂ ਆਰ ਨੂੰ 1% ਵਧਾ ਦਈਏ, ਕਿੰਨੀ ਵਧਾ ਦਈਏ 1%, ਆਪਣੇ ਕੋਲ ਦੇਖੋ ਹੈਡ ਹੀ ਪੁੱਟ ਐਟ 1% ਹਾਇਰ ਰੇਟ, ਜੇ ਆਪਾਂ ਆਰ ਨੂੰ 1% ਵਧਾਵਾਂਗੇ ਤੇ ਨੋਰਮਲ ਜੀ ਗੱਲ ਆ ਵੀ ਵਿਆਜ ਵੱਧ ਆਊਗਾ। ਜੇ ਕੋਈ ਆਪਾਂ ਨੂੰ 100 ਰੁਪਏ ਉੱਤੇ 10% ਵਿਆਜ ਦੇ ਰਿਹਾ ਤਾਂ ਸਾਲ ਦਾ 10 ਰੁਪਏ ਵਿਆਜ ਆਉਂਦਾ। ਜੇ ਕੋਈ ਆਪਾਂ ਨੂੰ 1% ਵਿਆਜ ਵਧਾ ਦੇ, 11 ਕਰ ਦੇ ਤਾਂ 11 ਰੁਪਏ ਵਿਆਜ ਆਊਗਾ, ਨੋਰਮਲ ਜੀ ਗੱਲ ਆ। ਇੱਥੇ 1% ਰੇਟ ਹਾਇਰ ਕੀਤੀ ਜਾਂਦੀ ਆ ਤਾਂ ਆਪਾਂ ਨੂੰ ਵਿਆਜ ਕਿੰਨਾ ਵੱਧ ਆਉਂਦਾ 3 ਸਾਲ ਦਾ 5100 ਰੁਪਏ। ਠੀਕ ਹੈ ਜੀ, ਕਿੰਨਾ ਆਉਂਦਾ 5100 ਰੁਪਈਆ। ਇਹ ਗੱਲ ਦਾ ਖਿਆਲ ਰੱਖਣਾ ਵੀ ਇਹ ਜਿਹੜਾ 5100 ਆ ਉਹ 3 ਸਾਲ ਦਾ। ਠੀਕ ਹੈ, ਮੈਂ ਪਿਛਲੇ ਕੁਐਸਚਨ 'ਚ ਵੀ ਇਹੀ ਕੀਤਾ ਸੀਗਾ ਵੀ ਜਿਹੜਾ 13.5 ਰੁਪਏ 50 ਪੈਸੇ ਆਪਣੇ ਕੋਲ ਇੰਟਰਸਟ ਸੀਗਾ ਵਾਲਾ, ਇਹ ਆਪਣੇ ਕੋਲ 3 ਸਾਲ ਦਾ ਸੀ। ਪਹਿਲਾਂ ਇਹਨੂੰ ਡਿਵਾਈਡ ਕੀਤਾ, ਫਿਰ ਆਪਾਂ ਆਨਸਰ ਕੱਢਿਆ। ਠੀਕ ਹੈ ਜੀ, ਤੇ ਇੱਥੇ ਵੀ ਆਪਾਂ ਕੀ ਕਰਾਂਗੇ
ਇੱਥੇ ਵੀ ਆਪਾਂ ਕੀ ਕਰਾਂਗੇ, ਪਹਿਲਾਂ 5100 ਨੂੰ ਆਪਾਂ 3 ਤੇ ਕੀ ਕਰਾਂਗੇ, ਡਿਵਾਈਡ ਕਰਾਂਗੇ ਵੀ 1 ਸਾਲ ਦੇ ਵਿੱਚ ਡਿਫਰੈਂਸ ਕਿੰਨੇ ਦਾ ਆਉਂਦਾ। ਠੀਕ ਹੈ ਜੀ, ਤੇ ਡਿਵਾਈਡ ਕੀਤਾ ਤਾਂ ਕਿੰਨਾ ਆ ਗਿਆ ਜੀ ਆਪਣੇ ਕੋਲੇ 1700 ਰੁਪਇਆ। ਮਤਲਬ ਕਿ ਜਦੋਂ ਆਪਾਂ ਆਰ ਨੂੰ 1% ਵਧਾਇਆ ਤਾਂ ਆਪਣੇ ਕੋਲ 1700 ਰੁਪਏ ਦਾ ਫਰਕ ਆਉਂਦਾ ਪਰ ਈਅਰ। 3 ਸਾਲਾਂ ਦਾ 5100 ਦਾ, 1 ਸਾਲ ਦਾ ਕਿੰਨਾ ਆਉਂਦਾ 1700। ਇਹਦਾ ਮਤਲਬ ਕਿ ਇਹ ਜਿਹੜਾ 1700 ਉਹ ਕਿਹਦੇ ਬਰਾਬਰ ਆ, 1%। ਕਿਉਂਕਿ ਜੇ ਪ੍ਰਿੰਸੀਪਲ 100% 1% ਰੇਟ ਵਧਾਇਆ, ਉਹਦੇ ਨਾਲ 1700 ਰੁਪਇਆ ਵਿਆਜ ਵੱਧ ਆ ਗਿਆ, ਇਹਦਾ ਮਤਲਬ 1% ਕਿਹਦੇ ਬਰਾਬਰ 1700 ਦੇ, ਤੇ 100% ਕਿਹਦੇ ਬਰਾਬਰ ਹੋਊਗਾ, 100 ਨਾਲ ਗੁਣਾ ਕਰ। 1700 ਦੇ ਨਾਲ 2 ਜ਼ੀਰੋਆਂ ਲਾ ਦਿਓ, 1,70,000 ਰੁਪਇਆ ਕੀ ਆ ਗਿਆ ਆਪਣਾ, ਆ ਗਿਆ ਟੀ। ਠੀਕ ਹੈ ਜੀ, ਕੁਐਸਚਨ ਇੰਪੋਰਟੈਂਟ ਆ, ਤੁਹਾਨੂੰ ਡਿਟੋ ਪੇਪਰ ਚ ਆ। ਲਾਸਟ ਕੁਐਸਚਨ ਇਹ ਵੀ ਵੈਰੀ ਇੰਪੋਰਟੈਂਟ ਕੁਐਸਚਨ। A man divided his share between his son A and B। ਕਹਿੰਦੇ ਮੈਨ ਨੇ ਆਪਦੇ ਪੈਸੇ ਕੋਈ ਸ਼ੇਅਰ ਡਿਵਾਈਡ ਕੀਤੇ ਆ ਦੋ ਆਪਦੇ ਸਨ A ਤੇ B ਦੇ ਵਿੱਚ। ਇਨ ਸੱਚ ਅ ਵੇ ਡੈਟ ਇੰਟਰਸਟ ਰਿਸੀਵਡ ਬਾਈ A ਇਜ਼ 15% ਫॉर 3 ਈਅਰ। A ਨੂੰ ਪੈਸੇ ਦਿੱਤੇ, ਉਹਨੂੰ ਆਇਆ 15% ਦੇ ਹਿਸਾਬ ਨਾਲ ਇੰਟਰਸਟ 3 ਸਾਲ ਬਾਅਦ। ਜਿਹੜੇ B ਨੂੰ ਪੈਸੇ ਦਿੱਤੇ ਆ, ਦਿੱਤੇ ਹੋਣੇ ਆ, is double the interest received by B at 12%। B ਨੂੰ ਮੈਂ ਸਮਝਾਉਣਾ ਕੁਐਸਚਨ, ਇੱਕ ਮਿੰਟ ਪਹਿਲਾਂ ਲਿਖ ਲਈਏ। B ਦਾ 12% ਆ ਕਿੰਨੇ ਸਾਲ ਦਾ, 5 ਸਾਲ ਦਾ। ਠੀਕ ਹੈ ਜੀ, ਇਨ ਵਟ ਰੇਸ਼ੋ ਵਾਜ ਹਿਜ਼ ਸ਼ੇਅਰ ਡਿਵਾਈਡਡ, ਉਹਨੇ ਕਿੰਨੀ ਰੇਸ਼ੋ ਵਿੱਚ ਸ਼ੇਅਰ ਨੂੰ ਡਿਵਾਈਡ ਕੀਤਾ। ਇੱਥੇ ਰੇਸ਼ੋ ਨਹੀਂ ਦਿੱਤੀ ਹੋਈ, ਇੱਥੇ ਬਟਾ ਦਿੱਤਾ ਹੈ, ਤੇ ਰੇਸ਼ੋ ਨੂੰ ਬਟੇ 'ਚ ਵੀ ਲਿਖਿਆ ਜਾ ਸਕਦਾ, ਇਹ ਗੱਲ ਦਾ ਖਿਆਲ ਰੱਖਣਾ। ਠੀਕ ਹੈ ਜੀ, ਕਿਉਂਕਿ ਆਪਾਂ ਰੇਸ਼ੋ ਵਾਲੀ ਵੈਲਿਊ ਨੂੰ ਵੀ ਕੈਂਸਲ ਕਰਦੇ, ਦੇਖੋ ਆਪਣੇ ਕੋਲ ਦਿੱਤਾ ਹੋਵੇ 10 ਰੇਸ਼ੋ ਵੀ, ਇਹਨੂੰ ਵੀ ਆਪਾਂ ਕੈਂਸਲ ਕਰਦੇ ਹਾਂ, ਤੇ ਜੇ ਆਪਾਂ ਨੂੰ 10/20 ਦਿੱਤਾ ਹੋਵੇ ਤੇ ਇਹਨੂੰ ਵੀ ਆਪਾਂ ਕੈਂਸਲ ਕਰਦੇ ਹਾਂ। ਰੇਸ਼ੋ ਦਾ ਮਤਲਬ ਹੁੰਦਾ ਤਾਂ ਡਿਵਾਈਡ ਹੀ ਹੈ। ਠੀਕ ਹੈ, ਜਿੰਨੀ ਛੋਟੀ ਛੋਟੀ ਵੈਲਿਊ ਤੱਕ ਕੱਟਿਆ ਜਾਂਦਾ। ਇਹ ਵੀ ਇੱਕ ਤਰ੍ਹਾਂ ਦੀ ਰੇਸ਼ੋ ਹੀ ਹੈ ਜਿਹੜੀਆਂ ਆਪਸ਼ਨਾਂ ਦਿੱਤੀਆਂ ਹੋਈਆਂ। ਉਲਝਣਾ ਨਹੀਂ ਵੀ ਪੁੱਛੀ ਰੇਸ਼ੋ ਹੈ ਤੇ ਰੇਸ਼ੋ ਦਿੱਤੀ ਨਹੀਂ ਹੋਈ, ਫਰੈਕਸ਼ਨ ਦਿੱਤੀ ਹੋਈ ਹੈ, ਫਰੈਕਸ਼ਨ ਹੀ ਰੇਸ਼ੋ ਹੁੰਦੀ। ਦੇਖੋ ਉਹ ਕਹਿ ਰਹੇ ਆ ਵੀ ਜਿਹੜਾ A ਨੂੰ ਵਿਆਜ ਆ ਰਿਹਾ ਨਾ ਉਹ ਡਬਲ ਆ, ਧਿਆਨ ਨਾਲ ਪੜੋ। A at 15% for 3 year is double the interest received by B। ਉਹ ਕਹਿੰਦੇ ਜਿਹੜਾ A ਨੂੰ ਵਿਆਜ ਆ ਰਿਹਾ ਨਾ ਉਹ B ਨਾਲੋਂ ਕੀ ਆ ਰਿਹਾ, ਡਬਲ ਆ ਰਿਹਾ। ਇੱਥੇ ਮੰਨ ਲਓ ਤੁਸੀਂ ਜਿਹੜੇ A ਨੂੰ ਪੈਸੇ ਦਿੱਤੇ ਗਏ ਉਹ 100 ਸੀ, B ਨੂੰ ਵੀ 100 ਸੀ। ਹੁਣ ਦੇਖੋ ਬਰਾਬਰ ਆਪਾਂ ਮੰਨ ਨਹੀਂ ਸਕਦੇ, ਬਰਾਬਰ ਨਹੀਂ ਲੈਟ ਕਰ ਸਕਦੇ, ਕਿਉਂਕਿ ਆਪਾਂ ਨੂੰ ਕੀ ਪਤਾ ਉਹਨਾਂ ਨੂੰ ਇਕੁਅਲ ਦਿੱਤੇ ਜਾਂ ਨਹੀਂ ਦਿੱਤੇ। ਦੋਹਾਂ ਨੂੰ 100 ਲੈਟ ਨਹੀਂ ਕੀਤਾ ਜਾ ਸਕਦਾ। ਜਦੋਂ ਤੁਸੀਂ ਇਕੁਅਲ ਨਹੀਂ ਲੈਟ ਕਰ ਸਕਦੇ ਬਟ ਤੁਸੀਂ ਮੰਨਣਾ 100 ਹੀ ਆ, ਕਿਉਂਕਿ 100 ਹਰ ਥਾਂ ਲੱਗ ਜਾਂਦਾ। ਤੁਸੀਂ ਇਹਦੇ ਨਾਲ A ਲਾ ਲਓ, ਇਹਦੇ ਨਾਲ B ਲਾ ਲਓ। ਇਹਦਾ ਕੀ ਮਤਲਬ ਆ 100 A ਦਾ ਤੇ ਆ 100 B ਦਾ। ਹੁਣ ਦੇਖੋ 100 A ਉੱਤੇ 15% ਵਿਆਜ ਲੱਗਿਆ 1 ਸਾਲ ਦਾ, ਕਿੰਨਾ ਹੋ ਗਿਆ 15 A, ਕਿਉਂਕਿ 100 ਦਾ 15% 15 ਹੁੰਦਾ। ਜੇ ਕਿਸੇ ਨੂੰ ਨਹੀਂ ਪਤਾ ਤਾਂ ਇਹ ਗੱਲ ਸੁਣ ਲਓ, 100 ਦਾ 50% 50 ਹੁੰਦਾ, 100 ਦਾ 65% 65 ਹੁੰਦਾ, 100 ਦਾ 15% 15 ਹੁੰਦਾ। ਠੀਕ ਹੈ, ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ, ਮੇਰੇ ਕੋਲ ਬਹੁਤ ਨਮੂਨੇ ਹੁੰਦੇ ਕਲਾਸ 'ਚ ਪੜ੍ਹਦੇ। ਇਹ 1 ਸਾਲ ਦਾ ਵਿਆਜ 15 ਹੈ ਤੇ 3 ਸਾਲ ਦਾ ਕਿੰਨਾ ਹੋਊਗਾ, 45। ਠੀਕ ਹੈ ਜੀ, 1 ਸਾਲ ਦਾ ਜੇ 15 ਆ ਤਾਂ 3 ਸਾਲ ਦਾ ਕਿੰਨਾ ਹੋਊਗਾ 45। ਮਤਲਬ ਕਿ A ਕੋਲ ਵਿਆਜ ਆਊਗਾ 45। ਜੇ B ਕੋਲੇ ਆਪਾਂ 100 B ਦੇਤਾ, B ਨੂੰ ਪੈਸੇ ਮਿਲੇ ਆ ਪ੍ਰਿੰਸੀਪਲ ਆ, ਤੇ 1 ਸਾਲ ਦਾ ਵਿਆਜ ਕਿੰਨਾ ਆਊਗਾ 12 B। 5 ਸਾਲ ਦਾ ਕਿੰਨਾ ਆਊਗਾ, ਇਹ B ਦਾ ਇੰਟਰਸਟ ਹੈ, IB ਇਹ ਕਿਹਦਾ A ਦਾ ਇੰਟਰਸਟ ਹੈ। ਰੰਗ ਚੇਂਜ ਕਰਕੇ ਰੰਗ ਵੱਧ ਗਿਆ। ਹੁਣ ਉਹਨਾਂ ਨੇ ਕੀ ਕਿਹਾ, ਉਹ ਕਹਿੰਦੇ ਜਿਹੜਾ A ਦਾ ਇੰਟਰਸਟ ਆ ਨਾ ਕੀ ਹੋ ਗਿਆ, ਜਿਹੜਾ A ਦਾ ਇੰਟਰਸਟ ਆ ਨਾ ਉਹ B ਦੇ ਇੰਟਰਸਟ ਨਾਲੋਂ ਕੀ ਆ, ਡਬਲ। 45 A ਆ ਉਹ 60 B ਨਾਲੋਂ ਕੀ ਆ, ਡਬਲ। ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜੇ ਆਪਾਂ ਇਹਨਾਂ ਦੋਹਾਂ ਨੂੰ ਇਕੁਅਲ ਕਰਨਾ, ਆਹ ਵਾਲੀ ਵੈਲਿਊ ਇਹ ਤਾਂ ਪਹਿਲਾਂ ਹੀ ਡਬਲ, ਜਿਹੜੀ ਆ 45 A ਵਾਲੀ ਤਾਂ ਪਹਿਲਾਂ ਹੀ ਡਬਲ ਆ, ਤੇ ਆਪਾਂ ਇਹਨਾਂ ਦੋਹਾਂ ਨੂੰ ਇਕੁਅਲ ਕਰਨਾ। ਠੀਕ ਹੈ, ਮੰਨ ਲਓ ਮੈਂ ਤੁਹਾਨੂੰ ਕਹਾਂ ਵੀ 1 5 ਤੇ 1 10, ਆ ਤਾਂ ਪਹਿਲਾਂ ਹੀ ਡਬਲ ਆ ਨਾ ਇਹਦੇ ਨਾਲੋਂ। ਜੇ ਆਪਾਂ ਇਹਨਾਂ ਦੋਹਾਂ ਨੂੰ ਇਕੁਅਲ ਕਰਨਾ ਹੋਵੇ ਤਾਂ 2 ਨੂੰ ਆਪਾਂ ਕਿੱਧਰ ਗੁਣਾ ਕਰਾਂਗੇ, ਛੋਟੀ ਵੈਲਿਊ ਵਾਲੇ। ਤਾਂ ਤੁਸੀਂ 60 ਨੂੰ ਕਿੰਨੇ ਨਾਲ ਗੁਣਾ ਕਰ ਦਿਓ, 2 ਨਾਲ। 60 ਨੂੰ ਕਿਉਂ ਕੀਤਾ, ਕਿਉਂਕਿ 45 ਤਾਂ ਪਹਿਲਾਂ ਹੀ ਡਬਲ ਆ। ਇਹ ਨਹੀਂ ਸਮਝਣਾ ਮੇਰੇ ਤਾਂ 45 ਆ, ਇਹ 45 A ਆ, A ਦੀ ਵੈਲਿਊ ਕੁਛ ਵੀ ਹੋ ਸਕਦੀ ਹੈ, ਜ਼ਿਆਦਾ ਹੋ ਸਕਦੀ B ਨਾਲੋਂ, ਇਸ ਲਈ 45 A ਜ਼ਿਆਦਾ। ਠੀਕ ਹੈ, ਇੱਧਰਲੇ ਪਾਸੇ ਆਪਾਂ 2 ਨਾਲ ਗੁਣਾ ਕਰਤਾ ਕਿਉਂਕਿ 45 A ਵੱਡਾ ਸੀ 60 B ਨਾਲੋਂ। ਠੀਕ ਹੈ, ਹੁਣ ਦੋਨੇ ਇਕੁਅਲ ਹੋ ਜਾਣਗੇ, ਦੋਨੇ ਕੀ ਹੋ ਜਾਣਗੇ, ਇਕੁਅਲ ਹੋ ਜਾਣਗੇ। ਠੀਕ ਹੈ ਜੀ, 45 A ਬਰਾਬਰ ਕਿਹਦੇ ਆ, 120 B। ਠੀਕ ਹੈ ਜੀ, ਇਹਨਾਂ ਦੋਹਾਂ ਨੂੰ ਕੈਂਸਲ ਕਰ ਲਓ, 5 ਦੇ ਟੇਬਲ ਤੇ 9 A ਇਕੁਅਲ ਕਿਹਦੇ ਆ,
ਇਹਨੂੰ ਆਪਾਂ 5 ਦੇ ਟੇਬਲ 'ਤੇ ਕੈਂਸਲ ਕੀਤਾ, ਕਿੰਨਾ ਆ ਗਿਆ 24 ਵੀ ਹੋ ਜਾਂਦੇ 3 ਦੇ ਟੇਬਲ 'ਤੇ 3a ਕਿਹਦੇ ਬਰਾਬਰ ਆ 1। ਹੁਣ ਜਦੋਂ ਵੀ ਕਿਤੇ ਤੁਹਾਨੂੰ ਇਸ ਤਰੀਕੇ ਦੀ ਵੈਲਿਊ ਦਿੱਤੀ ਹੋਵੇ ਵੀ ਇੰਨੇ ਹਿੱਸੇ a ਦੇ ਇਹਦੇ ਬਰਾਬਰ ਆ, ਤੇ ਰੇਸ਼ੋ ਆ ਜਿਹੜੀ ਉਹਨੂੰ ਸਿੱਧਾ ਚੁੱਪ ਕਰਕੇ ਉਲਟਾ ਦਿਆ ਕਰੋ। a ਤੇ b ਦੀ ਰੇਸ਼ੋ ਬਣੂਗੀ 8 ਤੇ 3, ਬਟ ਇੱਥੇ ਬਟੇ 'ਚ ਲਿਖਿਆ ਹੋਇਆ ਆਪਣੇ ਕੋਲ ਆਪਸ਼ਨ ਆ ਸਾਰੀਆਂ ਬਟਿਆਂ 'ਚ, ਠੀਕ ਹੈ। ਇੱਥੇ ਕੀ ਕਰਨਾ ਆਪਾਂ ਦੁਬਾਰਾ ਦੱਸ ਦੇਣਾ ਮੈਂ ਤੁਹਾਨੂੰ ਮਾੜਾ ਜਿਹਾ, ਤੁਸੀਂ ਆਪਾਂ ਪਹੁੰਚ ਗਏ 3a ਤੋਂ 8b ਦੇ ਬਰਾਬਰ। ਜਿਹੜਾ b ਆ ਜੇ ਮੈਨੂੰ ਇੱਧਰਲੀ ਸਾਈਡ ਵੱਲ ਜਾ ਕੇ ਡਿਵਾਈਡ ਕਰਨਾ, ਇੱਧਰ ਕੀ ਰਹਿ ਜੂ ਇਕੱਲਾ 8, ਤੇ ਹੁਣ ਜਿਹੜਾ ਆਹ ਵਾਲਾ 3 ਆ ਇਹ a ਨਾਲ ਮਲਟੀਪਲਾਈ 'ਚ ਇਹ 8 ਨਾਲ ਜਾ ਕੇ ਡਿਵਾਈਡ ਹੋ ਜੂ। ਇਹਦਾ ਮਤਲਬ a ਤੇ b, ਮੈਂ ਦੱਸਿਆ ਨਾ ਵੀ a ਤੇ b ਰੇਸ਼ੋ ਨੂੰ ਆਪਾਂ ਬਟਿਆਂ 'ਚ ਵੀ ਲਿਖ ਸਕਦੇ ਹਾਂ, ਤੇ ਬਟਿਆਂ 'ਚ ਤਾਂ ਆਪਣਾ ਆਨਸਰ ਆ, ਤੇ a ਤੇ b ਦੀ ਰੇਸ਼ੋ ਕਿੰਨੀ ਆ ਗਈ 8 ਤੇ 3, ਆਪਣੀ ਆਨਸਰ ਕੀ ਆ ਗਿਆ D ਆਪਸ਼ਨ ਆ ਗਿਆ, ਠੀਕ ਹੈ ਜੀ। ਇਹ ਆਪਣਾ ਲਾਸਟ ਕੁਐਸਚਨ। ਅੱਜ ਹੀ ਪੋਸਟਾਂ ਅਨਾਊਂਸ ਕੀਤੀਆਂ ਜੀ ਭਗਵੰਤ ਮਾਨ ਨੇ 25,000, ਜਿਹਦੇ ਵਿੱਚੋਂ 10,000 ਕਹਿ ਰਹੇ ਆ ਪੰਜਾਬ ਪੁਲਿਸ ਦੇ ਵਿੱਚ, 15,000 ਹੋਰ ਵਿਭਾਗਾਂ ਦੇ ਵਿੱਚ, ਠੀਕ ਹੈ ਜੀ। ਬੈਚ ਆਪਣਾ ਚੱਲ ਰਿਹਾ ਜੀ, ਤੇ ਇੱਕ ਬੈਚ ਹੋਰ ਸਟਾਰਟ ਕਰਾਂਗੇ ਮੰਡੇ ਤੋਂ, ਪਰਸੋਂ ਤੋਂ, ਅੱਜ ਡੇਟ ਹੈਗੀ ਆ 19, 21 ਤਰੀਕ ਤੋਂ ਬੈਚ ਸਟਾਰਟ ਕਰਨ ਜਾ ਰਹੇ ਹਾਂ ਜੀ ਆਪਾਂ ਪੰਜਾਬ ਐਗਜ਼ਾਮ ਦੇ ਲਈ। ਜੇ ਕੋਈ ਬੈਚ ਸਾਡਾ ਜੁਆਇਨ ਕਰਨਾ ਚਾਹੁੰਦਾ ਤਾਂ ਜੁਆਇਨ ਕਰ ਸਕਦਾ। ਬਾਕੀ ਜੇ ਤੁਹਾਨੂੰ ਮੈਥ 'ਚ ਕੋਈ ਦਿੱਕਤ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੇਰੀ ਆਫਲਾਈਨ ਕਲਾਸ ਵੀ ਲਾ ਸਕਦੇ ਹੋ। ਅਤੇ ਜਿਸ ਤਰੀਕੇ ਨਾਲ ਵੀਡੀਓਜ਼ ਪੈ ਰਹੀਆਂ ਚੈਪਟਰ ਵਾਈਜ਼ ਇੱਦਾਂ ਹੀ ਪੈਂਦੀਆਂ ਰਹਿਣਗੀਆਂ, ਜਿਵੇਂ SI ਆ ਗਿਆ ਜੀ, ਪਹਿਲਾਂ ਕਿਸੇ ਦੀ ਡਿਮਾਂਡ ਸੀ ਇਸ ਲਈ SI ਸ਼ੁਰੂ ਕਰਤਾ, ਫਿਰ CI ਸ਼ੁਰੂ ਕਰ ਦਾਂਗੇ ਜੀ। ਫਿਰ ਜਿਵੇਂ ਜਿਵੇਂ ਆਪਣਾ ਪੰਜਾਬ ਦੇ ਐਗਜ਼ਾਮ ਦੇ ਲਈ ਕੋਈ ਜ਼ਿਆਦਾ ਚੈਪਟਰ ਨਹੀਂ ਹੁੰਦੇ, ਜੇ ਤੁਸੀਂ 12-13 ਚੈਪਟਰ ਹੀ ਕਰ ਲਓ ਨਾ ਇੰਨੇ ਬਹੁਤ ਹੁੰਦੇ। ਮਤਲਬ ਜਿਵੇਂ PSSB ਦਾ ਜਿਹੜਾ ਪੇਪਰ ਹੁੰਦਾ ਆਪਾਂ ਮੰਨ ਕੇ ਚੱਲਦੇ ਹਾਂ, ਪੰਜਾਬ ਪੁਲਿਸ ਨੂੰ ਇੱਕ ਵਾਰੀ ਸਾਈਡ 'ਤੇ ਰੱਖਦੇ ਹਾਂ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਪੰਜਾਬ ਪੁਲਿਸ ਦਾ ਪੇਪਰ ਕਿਹਨੇ ਲੈਣਾ ਜਾਂ ਕਿਹਨੇ ਨਹੀਂ ਲੈਣਾ। ਜਿਵੇਂ TCS ਨੇ ਲਿਆ ਸੀਗਾ, ਅਤੇ ਪੰਜਾਬ ਰਿਕਰੂਟਮੈਂਟ ਬੋਰਡ ਵੀ ਲੈ ਸਕਦਾ, ਆਪਾਂ ਨੂੰ ਨਹੀਂ ਪਤਾ ਕਿਹਨੇ ਲੈਣਾ, ਉਦੋਂ ਵੇਖਾਂਗੇ ਵੀ ਕੌਣ ਲੈ ਰਿਹਾ ਤਾਂ ਉਹ ਕਿਹੋ ਜਿਹਾ ਮੈਥ ਪਾਉਂਦੇ, ਠੀਕ ਹੈ। ਜੇ PSSB ਪੇਪਰ ਲੈਂਦਾ ਤਾਂ ਪਟਵਾਰੀ ਦੇ ਪੇਪਰ ਨੂੰ ਛੱਡ ਕੇ ਬਾਕੀ ਸਾਰਿਆਂ 'ਚ 15 ਨੰਬਰ ਦਾ ਮੈਥ ਪਾਉਂਦਾ, ਠੀਕ ਹੈ ਜੀ। ਅਤੇ 15 ਨੰਬਰ ਦੇ ਮੈਥ ਨੂੰ ਕਰਨ ਵਾਸਤੇ ਤੁਸੀਂ 12 ਤੋਂ 13 ਚੈਪਟਰ ਵੀ ਜੇ ਕਰ ਲਾਉਣਾ ਜੀ ਮੈਥ ਦੀ ਡਿਟੇਲ ਦੇ ਵਿੱਚ, ਮੈਂ ਤੁਹਾਨੂੰ ਲਿਖਵਾ ਦੂੰਗਾ ਕਿਹੜੇ ਕਿਹੜੇ ਚੈਪਟਰ ਹੁੰਦੇ ਆ, ਤੁਸੀਂ 15 ਚੋਂ 15 ਨੰਬਰ ਲੈ ਸਕਦੇ, ਠੀਕ ਹੈ ਜੀ। ਅਤੇ ਜੇ ਤੁਸੀਂ PSSB ਦਾ ਪੇਪਰ ਦੇਣਾ ਤਾਂ ਸਿਰਫ ਔਰ ਸਿਰਫ RS ਅਗਰਵਾਲ ਧਿਆਨ ਦਿਓ, ਉਹੀ 12 ਤੋਂ 13 ਚੈਪਟਰ ਕਰ ਦਿਓ, ਇੱਕ ਇੱਕ ਕੁਐਸਚਨ ਨੂੰ ਰੱਟਾ ਲਾ ਲਓ, ਅਤੇ ਤੁਸੀਂ ਸਿਰਫ ਜਾ ਕੇ ਉੱਥੇ ਆਨਸਰ ਹੀ ਟਿਕ ਕਰੋਗੇ, ਇੰਨੀ ਮੈਂ ਗਰੰਟੀ ਦਿੰਦਾ, ਠੀਕ ਹੈ। ਇਸ ਵੀਡੀਓ ਦਾ ਤੁਹਾਨੂੰ ਜਿਹੜਾ ਆਪਣਾ PDF ਆ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 'ਤੇ ਮਿਲ ਜੂਗਾ, ਕਾਂਤੀ ਅਕੈਡਮੀ ਮੁਕਤਸਰ ਕਰਕੇ ਤੁਸੀਂ ਸਰਚ ਕਰ ਸਕਦੇ ਹੋ, ਜੁਆਇਨ ਕਰੋ, ਤੁਹਾਨੂੰ ਲੇਟੈਸਟ ਅਪਡੇਟ ਮਿਲੂਗੀ, ਠੀਕ ਹੈ ਜੀ। GK ਬਾਰੇ ਮਿਲੂਗਾ। ਜੇ ਤੁਹਾਨੂੰ ਕੋਈ ਡਾਊਟ ਆ ਤਾਂ ਮੈਨੂੰ ਤੁਸੀਂ ਨੰਬਰ ਉੱਤੇ ਕੰਟੈਕਟ ਕਰ ਸਕਦੇ ਹੋ। ਜੇ ਕਿਸੇ ਕੁਐਸਚਨ ਦਾ ਡਾਊਟ ਆ ਤਾਂ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ, ਤੁਹਾਨੂੰ ਵੀਡੀਓ ਬਣਾ ਕੇ ਆਨਸਰ WhatsApp 'ਤੇ ਦੇ ਦਿੱਤਾ ਜਾਊਗਾ, ਓਕੇ। ਥੈਂਕ ਯੂ। ਅਗਲੀ ਵੀਡੀਓ ਮਿਲਾਂਗੇ ਆਪਾਂ, 4th ਪਾਰਟ ਕਰਾਂਗੇ SI ਦਾ, ਠੀਕ ਹੈ ਜੀ। RS ਅਗਰਵਾਲ ਦੇ ਹੋਰ ਕੁਐਸਚਨ ਕਰਾਂਗੇ ਜਾਂ ਕਿਤੋਂ ਹੋਰ ਵੇਖਾਂਗੇ। ਥੈਂਕ ਯੂ।